बहुत ही सत्कारयोग साडे इतिहास विषय के लैक्चरर साहिबान ते प्यारे विद्यार्थियों, मैं अमनीश कुमार ते मेरे नाल करनैल सिंह लैक्चरर इतिहास सरकारी सीनियर सैकेंडरी स्कूल नदामपुर जिला संगरूर आप जी का स्वागत करते हाँ। प्यारे विद्यार्थियों, साडा अज का विषय है जहिया खां ते मीर मन्नू दे सिखां नाल संबंध। भाव के जहिया खां अते मीर मन्नू दे सिखां नाल संबंध किहो जिहे सी, इस बारे अज आपां चर्चा करांगे। प्यारे विद्यार्थियों, पिछले लैक्चर दे विच असीं पढ़िया कि जकरिया खां दे सिखां नाल संबंध किस तरह दे सी, ये पढ़ चुके हैं। उस दे विच आपां पढ़िया कि जकरिया खां दी 1745 दे विच मौत हो जाती है। तो उस तो बाद जो सूबेदारी लई संघर्ष चलदा है, उहदे विच जहिया खां ते शाहनवाज खां जो जकरिया खां दे बेटे सी, उन्हां विचकार लगभग 6 महीने सूबेदारी लई संघर्ष चलदा है। ते इस संघर्ष के दौरान जहिया खां अपने सौहरा साहब कमरुद्दीन के सहयोग नाल पंजाब की सूबेदारी हासिल करते हैं। ते जहिया खां अपने पिता ते दादा जी की तरह ही पंजाब के सिखां के उपर अत्याचार ने जिहड़े उसे तरह करते हैं। हाँ जी, बिल्कुल अमनीश सर, जिहड़ा जहिया खां है वो भी उस नीति दे ते चलदा है जिहड़ी नीति दे उत्ते कदे अब्दुल समद खां चलिया सी, जिहड़ी नीति दे उत्ते जकरिया खां चलिया सीगा। इस करके उन्हें भी सिखां दे विरुद्ध है जिहड़ा उही नीति रखी। पर जिहड़ा 6 महीने का टाइम सीगा शाहनवाज खान और याहिया खान दे विचकार जिहड़ा संघर्ष दा, ਉਹ ਸਿੱਖਾਂ ਲਈ ਇੱਕ ਸੁਨਹਿਰੀ ਸਮਾਂ ਸੀਗਾ। ਸਿੱਖਾਂ ਨੇ ਆਪਣੀ ਸ਼ਕਤੀ ਨੂੰ ਦੁਬਾਰਾ ਸੰਗਠਿਤ ਕੀਤਾ ਕਹਿ ਸਕਦੇ ਹਾਂ, ਜਾਂ ਸਿੱਖ ਦੁਬਾਰਾ ਸਰਗਰਮ ਹੋਏ। ਸਿੱਖਾਂ ਦੀਆਂ ਜਿਹੜੀਆਂ ਸਰਕਾਰ ਦੇ ਵਿਰੁੱਧ ਸਰਗਰਮੀਆਂ ਸੀਗੀਆਂ ਉਹ ਤੇਜ਼ ਹੋ ਗਈਆਂ। 14 ਅਕਤੂਬਰ 1745 ਦੇ ਦਿਨ ਦੀਵਾਲੀ ਦੇ ਮੌਕੇ ਸਿੱਖਾਂ ਨੇ ਗੁਰਮਤਾ ਕੀਤਾ, ਸਿੱਖ ਦਰਬਾਰ ਸਾਹਿਬ ਇਕੱਠੇ ਹੋਏ, ਗੁਰਮਤਾ ਕੀਤਾ। ਇੱਥੇ ਇੱਕ ਚੀਜ਼ ਇਤਿਹਾਸ ਦੇ ਵਿੱਚ ਜਿਹੜੀ ਆਪਾਂ ਕਹਿੰਦੇ ਨੋਟ ਕਰਨ ਵਾਲੀ ਘਟਨਾ ਹੈ, ਇੱਥੇ ਪਹਿਲੀ ਵਾਰ ਸਿੱਖਾਂ ਨੇ ਇੱਕ ਲੋੜ ਮਹਿਸੂਸ ਕੀਤੀ ਕਿ ਸਾਡੇ ਕੁਛ ਸੰਗਠਨ ਹੋਣਾ ਚਾਹੀਦਾ ਹੈ ਜਿਹੜਾ ਇੱਕ ਕੇਂਦਰੀ ਕੰਟਰੋਲ ਕਰੇ, ਕਿਉਂਕਿ ਉਹਨਾਂ ਕੋਲ ਗੁਰੂ ਗ੍ਰੰਥ ਸਾਹਿਬ ਕੇਂਦਰੀ ਜਿਹੜੀ ਆਪਾਂ ਕਹਿੰਦੇ ਸੱਤਾ ਸੀਗੀ, ਉਹ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਆਗੂ ਮੰਨਦੇ ਸੀਗੇ, ਉੱਥੇ ਬੈਠ ਕੇ ਗੁਰਮਤਾ ਕਰਦੇ ਸੀਗੇ। प्यारे विद्यार्थियों, गुरमता की है ये आप आने वाले पाठां दे विच दसांगे। पर इत्थे की है जिहड़ियां सिखां दीयां सरगर्मियां सीगियां वो तेज़ हो गईयां सी। 25 जिहड़े जथे ने वो होंद दे विच आ चुके सीगे। उस तो अगे है जसपत राय का कतल। जदों जहिया खां पंजाब का सूबेदार बन जाता है तो जहिया खां ने सिखां उपर अत्याचार करने का दौर है जिहड़ा वो शुरू कर दिता सीगा। ਤਾਂ ਇਸੇ ਲੜੀ ਤਹਿਤ ਜਸਪਤ ਰਾਏ ਜੋ ਹੈ ਉਹ ਸਿੱਖਾਂ ਦੇ ਨਾਲ ਸਿੱਖਾਂ ਦੇ ਉੱਪਰ ਜਿਹੜੇ ਤਸ਼ੱਦਦ ਢਾਉਂਦਾ ਹੈ। ਕਹਿੰਦੇ ਜਸਪਤ ਰਾਏ ਸੀ ਜੋ ਉਹ ਐਮਨਾਬਾਦ ਦਾ ਫੌਜਦਾਰ ਸੀ, ਉਸਨੇ ਗੋਦਾਵਾਲ ਦੇ ਵਿਖੇ ਉਸ ਦੀ ਸਿੱਖਾਂ ਨਾਲ ਝੜਪ ਹੁੰਦੀ ਹੈ। ਇਸ ਝੜਪ ਦੇ ਵਿੱਚ ਨਿਮੋ ਸਿੰਘ ਨਾਂ ਦਾ ਇੱਕ ਜਿਹੜਾ ਸਿੱਖ ਹੈ ਉਹ ਜਸਪਤ ਰਾਏ ਦੀ ਹੱਤਿਆ ਕਰ ਦਿੰਦਾ ਹੈ। ਤਾਂ ਇਸ ਤੋਂ ਬਾਅਦ ਜਸਪਤ ਰਾਏ ਦਾ ਭਰਾ ਲਖਪਤ ਰਾਏ ਜੋ ਹੈ ਉਹ ਜਦੋਂ ਉਸ ਨੂੰ ਇਸ ਘਟਨਾ ਦਾ ਪਤਾ ਲੱਗਦਾ ਹੈ ਤਾਂ ਉਸ ਦੇ ਕੋਲ ਉਹ ਜਹੀਆ ਖਾਂ ਕੋਲ ਜਾਂਦਾ ਹੈ ਤੇ ਜਹੀਆ ਖਾਂ ਨਾਲ ਜਾ ਕੇ ਗੱਲ ਕਰਦਾ ਹੈ ਤੇ ਉਹਦੇ ਪੈਰਾਂ ਦੇ ਵਿੱਚ ਆਪਣੀ ਪੱਗ ਰੱਖਦਾ ਹੈ ਤੇ ਉਹ ਪੱਗ ਰੱਖ ਕੇ ਇਹ ਕਸਮ ਖਾਂਦਾ ਹੈ ਕਿ ਜਦੋਂ ਤੱਕ ਮੈਂ ਸਿੱਖਾਂ ਦਾ ਮਲੀਆ ਮੇਟ ਨਹੀਂ ਕਰ ਦਿੰਦਾ ਉਸ ਸਮੇਂ ਤੱਕ ਮੈਂ ਇਹ ਪੱਗ ਹੈ ਜਿਹੜੀ ਨਹੀਂ ਬੰਨੂਗਾ। ਤਾਂ ਇਸ ਕਰਕੇ ਜਹੀਆ ਖਾਂ ਜਿਹੜਾ ਹੈ ਉਹ ਲਖਪਤ ਰਾਏ ਨੂੰ ਇਹ ਆਗਿਆ ਦੇ ਦਿੰਦਾ ਹੈ। ਤਾਂ ਸਿੱਖਾਂ ਦੇ ਉੱਪਰ ਕਤਲ ਹੈ ਜਿਹੜਾ ਸਿੱਖਾਂ ਦੇ ਉੱਪਰ ਅਤਿਆਚਾਰ ਦਾ ਦੌਰ ਹੈ ਉਹ ਹੋਰ ਜ਼ਿਆਦਾ ਵੱਧ ਜਾਂਦਾ ਹੈ। ਲਾਹੌਰ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਸਿੱਖ ਨੇ ਜਿਹੜੇ ਉਹ ਇਕੱਠੇ ਕੀਤੇ ਜਾਂਦੇ ਨੇ, ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ 10 ਮਾਰਚ 1746 ਈਸਵੀ ਨੂੰ ਲਾਹੌਰ ਦੇ ਵਿੱਚ ਹੀ ਨਕਸ਼ ਨਾਮੀ ਥਾਂ ਤੇ ਜਿਹਨੂੰ ਸ਼ਹੀਦਗੰਜ ਕਿਹਾ ਜਾਂਦਾ ਹੈ ਉੱਥੇ ਸਿੱਖਾਂ ਦਾ ਬੜੀ ਬੇਰਹਿਮੀ ਨਾਲ ਕਤਲ ਹੈ ਜਿਹੜਾ ਉਹ ਕਰ ਦਿੱਤਾ ਜਾਂਦਾ ਹੈ। ਬਿਲਕੁਲ ਸਰ, ਇਹ ਜਿਹੜਾ ਚੌਂਕ ਹੈ ਇੱਥੇ ਪਹਿਲਾਂ ਤੋਂ ਆਪਾਂ ਕਹਿ ਸਕਦੇ ਹਾਂ ਜਕਰੀਆ ਖਾਂ ਸਮੇਂ ਵੀ ਸਿੱਖ ਨੇ ਜਿਹੜੇ ਕਤਲ ਹੁੰਦੇ ਰਹੇ ਨੇ।
ਉਸ ਸਮੇਂ ਜਿਹੜੇ ਸਿੱਖ ਫੜੇ ਜਾਂਦੇ ਨੇ ਲਾਹੌਰ ਦੇ ਵਿੱਚੋਂ, ਇਹਨਾਂ ਦੇ ਵਿੱਚੋਂ ਬਹੁਤ ਸਾਰੇ ਸਿੱਖ ਇਹੋ ਜਿਹੇ ਸੀਗੇ ਜਿਨ੍ਹਾਂ ਤੋਂ ਉੱਤੇ ਦੋਸ਼ ਇਹ ਲਾਇਆ ਸੀ ਕਿ ਇਹ ਸਿੱਖਾਂ ਨਾਲ ਹਮਦਰਦੀ ਰੱਖਦੇ ਨੇ ਜਾਂ ਸਿੱਖਾਂ ਦੀ ਮਦਦ ਕਰਦੇ ਨੇ। ਹੁਣ ਇਸ ਤੋਂ ਬਾਅਦ ਜਦੋਂ ਜਿਹੜਾ ਲਖਪਤ ਰਾਏ ਹੈ, ਲਖਪਤ ਰਾਏ ਜਦੋਂ ਕਸਮ ਖਾ ਲੈਂਦਾ ਕਿ ਸਿੱਖਾਂ ਨੂੰ ਮੈਂ ਖਤਮ ਕਰ ਦੇਣਾ ਹੈ, ਇੱਥੇ ਇੱਕ ਵੱਡੀ ਘਟਨਾ ਵਾਪਰਦੀ ਹੈ ਜਿਹਨੂੰ ਇਤਿਹਾਸ ਦੇ ਵਿੱਚ ਅਸੀਂ ਪਹਿਲਾ ਜਾਂ ਛੋਟਾ ਘੱਲੂਘਾਰਾ ਕਹਿੰਦੇ ਆ। ਗੱਲ 1746 ਈਸਵੀ ਦੀ ਹੈ, ਕਿਉਂਕਿ ਛੋਟਾ ਘੱਲੂਘਾਰਾ ਇਸ ਨੂੰ ਤਾਂ ਕਹਿੰਦੇ ਆ ਕਿਉਂਕਿ ਇਸ ਤੋਂ ਬਾਅਦ ਅੱਗੇ ਇੱਕ ਹੋਰ ਘੱਲੂਘਾਰਾ ਵਾਪਰਨਾ ਹੁੰਦਾ ਹੈ ਜਿਹਦੇ ਵਿੱਚ ਸਿੱਖਾਂ ਦਾ ਉਸ ਤੋਂ ਵੀ ਜ਼ਿਆਦਾ ਨੁਕਸਾਨ ਹੁੰਦਾ ਹੈ। ਪਿਆਰੇ ਵਿਦਿਆਰਥੀਓ, ਇਹ ਇੱਕ ਮਹੱਤਵਪੂਰਨ ਘਟਨਾ ਜਿਹੜੀ ਆਪਾਂ ਕਹਿ ਦਿੰਦੇ ਹਾਂ, ਇੱਕ ਮਹੱਤਵਪੂਰਨ ਘਟਨਾ ਜਿਹਨੂੰ ਯਾਦ ਰੱਖਣਾ ਬਣਦਾ। ਤੁਹਾਡਾ ਇੱਥੇ ਕੁਐਸਚਨ ਬਣਦਾ ਹੈ ਪਹਿਲਾ ਜਾਂ ਛੋਟਾ ਘੱਲੂਘਾਰਾ ਕੀ ਸੀ ਜਾਂ ਕਦੋਂ ਹੋਇਆ ਜਾਂ ਕਿੱਥੇ ਹੋਇਆ, ਇਹ ਯਾਦ ਰੱਖਣਾ ਬਣਦਾ ਹੈ। ਹੁਣ ਆਪਾਂ ਦੇਖਦੇ ਹਾਂ ਜਈਆ ਖਾਂ ਅਤੇ ਲਖਪਤ ਰਾਏ ਦੀ ਵਿਸ਼ਾਲ ਸੈਨਾ ਹੈ ਉਹ ਸਿੱਖਾਂ ਦੇ ਉੱਤੇ ਹਮਲਾ ਕਰਦੀ ਹੈ। ਹਮਲਾ ਕਿਉਂ? ਕਿਉਂਕਿ ਜਸਪਤ ਰਾਏ ਦਾ ਕਤਲ ਹੋ ਚੁੱਕਿਆ ਹੁੰਦਾ ਹੈ। ਜਿਹੜੇ ਸਿੱਖਾਂ ਨੇ ਕਾਹਨੂੰਵਾਨ ਦੀ ਛੰਬ ਦੇ ਵਿੱਚ ਸ਼ਰਨ ਲੈ ਰੱਖੀ ਹੈ। ਕਾਹਨੂੰਵਾਨ ਕਿੱਥੇ ਹੈ? ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਹੈ, ਜਿੱਥੇ ਯਾਦਗਾਰ ਬਣਾਈ ਹੋਈ ਹੈ ਆਪਣੀ ਪਹਿਲੇ ਘੱਲੂਘਾਰੇ ਦੀ। ਉੱਥੇ ਤਕਰੀਬਨ 15,000 ਸਿੱਖ ਨੇ ਜਿਹੜੇ ਉਹਨਾਂ ਨੇ ਉੱਥੇ ਸ਼ਰਨ ਲਈ ਹੁੰਦੀ ਹੈ। ਜਿਹੜਾ ਸਿੱਖਾਂ ਦੇ ਉੱਤੇ ਜਦੋਂ ਜਈਆ ਖਾਂ ਤੇ ਲਖਪਤ ਰਾਏ ਦੀ ਜਿਹੜੀ ਸੈਨਾ ਹੈ ਉਹ ਹਮਲਾ ਕਰਦੀ ਹੈ ਤਾਂ ਇੱਥੇ ਤੁਸੀਂ ਜਿਵੇਂ ਤਸਵੀਰ ਦੇ ਵਿੱਚ ਧਿਆਨ ਨਾਲ ਦੇਖੋ, ਇੱਕ ਪਾਸੇ ਬਿਆਸ ਦਰਿਆ ਹੈ, ਅੱਗੇ ਉੱਚੇ ਆਉਣ ਸਿੱਧੇ ਖੜੇ ਪਹਾੜ ਨੇ, ਇੱਕ ਸਾਈਡ ਤੋਂ ਉਧਰੋਂ ਸੈਨਾ ਹਮਲਾ ਕਰਦੀ ਹੈ। ਸਿੱਖਾਂ ਕੋਲ ਕੋਈ ਰਸਤਾ ਨਹੀਂ ਹੁੰਦਾ। ਇੱਥੇ ਕੁਝ ਸਿੱਖ ਸੁੱਖਾ ਸਿੰਘ ਦੀ ਅਗਵਾਈ ਦੇ ਵਿੱਚ ਲੰਘਣ ਦਾ ਯਤਨ ਕਰਦੇ ਨੇ, ਉਹਨੂੰ ਚੀਰ ਕੇ ਉਹਨਾਂ ਦੇ ਘੇਰੇ ਨੂੰ, ਪਰ ਇੱਥੇ ਬਹੁਤ ਸਾਰੇ ਸਿੱਖ ਨੇ ਜਿਹੜੇ ਉਹ ਸ਼ਹੀਦ ਹੋ ਜਾਂਦੇ ਨੇ। ਇਹ ਜਿਹੜੀ ਘਟਨਾ ਹੈ ਇਹ ਮਈ 1746 ਈਸਵੀ ਦੀ ਹੈ। ਇੱਥੇ ਦੁਬਾਰਾ ਮੈਂ ਫਿਰ ਕਹਿ ਦੇਣਾ ਕਦੋਂ ਵਾਪਰਿਆ? 1746 ਈਸਵੀ ਦੇ ਵਿੱਚ। ਕਿੱਥੇ? ਕਾਹਨੂੰਵਾਨ ਦੀ ਛੱਬ ਦੇ ਵਿੱਚ। ਮੁਗਲ ਸੈਨਾ ਦੀ ਅਗਵਾਈ ਜਾਹੀਆ ਖਾਂ ਤੇ ਲਖਪਤ ਰਾਏ ਕਰ ਰਹੇ ਸੀਗੇ। ਕਿੰਨੇ ਸਿੱਖ ਸ਼ਹੀਦ ਹੋਏ? ਤਕਰੀਬਨ 7000 ਦੇ ਕਰੀਬ ਜਿਹੜੇ ਸਿੱਖ ਨੇ ਉਹ ਸ਼ਹੀਦ ਹੋ ਜਾਂਦੇ ਨੇ ਇੱਥੇ। ਇਸ ਤੋਂ ਅਗਲੀ ਘਟਨਾ ਜਿਹੜੀ ਭਾਈ ਸੁਬੇਗ ਸਿੰਘ ਤੇ ਭਾਈ ਸਹਿਬਾਜ ਸਿੰਘ ਦੀ ਸ਼ਹੀਦੀ ਹੈ। ਜਿਹੜਾ ਭਾਈ ਸੁਬੇਗ ਸਿੰਘ ਹੈ ਇਹ ਉਹੀ ਭਾਈ ਸੁਬੇਗ ਸਿੰਘ ਹੈ ਜੋ ਸਰਕਾਰੀ ਠੇਕੇਦਾਰ ਹੈ ਔਰ ਇਹਨੇ ਹੀ ਪਹਿਲਾਂ ਸਿੱਖਾਂ ਤੇ ਮੁਗਲਾਂ ਦੇ ਵਿਚਕਾਰ ਜਿਹੜਾ ਸਮਝੌਤਾ ਹੈ ਉਹ ਕਰਵਾਇਆ ਸੀਗਾ। ਤਾਂ ਇੱਥੇ ਜ਼ਕਰੀਆ ਖਾਨ ਦੀ ਮੌਤ ਤੋਂ ਪਹਿਲਾਂ ਇਹਨਾਂ ਦਾ ਕੇਸ ਹੈ ਜਿਹੜਾ ਜ਼ਕਰੀਆ ਖਾਨ ਦੀ ਮੌਤ ਤੋਂ ਪਹਿਲਾਂ ਸ਼ੁਰੂ ਹੁੰਦਾ ਹੈ। ਇਹਨਾਂ ਦੇ ਅੱਗੇ ਦੋਏ ਪਿਓ ਪੁੱਤ ਦੇ ਅੱਗੇ ਇੱਕ ਸ਼ਰਤ ਰੱਖੀ ਜਾਂਦੀ ਹੈ, ਜਾਂ ਇਸਲਾਮ ਕਬੂਲ ਕਰ ਲਿਆ ਜਾਵੇ ਜਾਂ ਮੌਤ ਕਬੂਲ ਕਰ ਲਈ ਜਾਵੇ। ਪਰ ਇਹ ਜਿਹੜੇ ਸਿਦਕੀ ਸਿੱਖ ਸੀਗੇ, ਠੀਕ ਹੈ ਨਾ, ਤੁਸੀਂ ਇੱਕ ਦੇਖੋ ਉਹਨਾਂ ਦਾ ਹੌਸਲਾ ਜਾਂ ਉਹਨਾਂ ਦਾ ਧਰਮ ਪ੍ਰਤੀ ਪਿਆਰ, ਜਾਂ ਆਪਾਂ ਇਹ ਕਹਿ ਸਕਦੇ ਹਾਂ ਉਹਨਾਂ ਦਾ ਕਿਰਦਾਰ ਕਿੱਡਾ ਉੱਚਾ ਹੋਵੇਗਾ ਕਿ ਉਹ ਸਰਕਾਰੀ ਠੇਕੇਦਾਰ ਨੇ ਔਰ ਸਰਕਾਰ ਦੇ ਦਬਾਅ ਦੇ ਅੰਦਰ ਨਹੀਂ ਆਉਂਦੇ, ਫਿਰ ਵੀ ਉਹ ਆਪਦੀ ਕੌਮ ਦਾ ਪੱਖ ਪੂਰਦੇ ਨੇ। ਜਿੱਥੇ ਕਿਤੇ ਸਿੱਖਾਂ ਨੂੰ ਫਾਇਦਾ ਹੁੰਦਾ ਹੈ ਉੱਥੇ ਉਹ ਫਾਇਦਾ ਦਿਵਾਉਣ ਦੀ ਕੋਸ਼ਿਸ਼ ਕਰਦੇ ਨੇ। ਜਿਹੜਾ ਪਹਿਲਾਂ ਸਮਝੌਤਾ ਹੋਇਆ ਸੀਗਾ ਉਹ ਵੀ ਭਾਈ ਸੁਬੇਗ ਸਿੰਘ ਕਰਵਾਉਂਦੇ ਨੇ। ਔਰ ਤੁਸੀਂ ਮੌਤ ਦੇਖੋ, ਕਿਉਂਕਿ ਮੌਤ ਜਾਂ ਸ਼ਹੀਦ ਕਰਨ ਦੇ ਜਿਹੜੇ ਢੰਗ ਨੇ ਮੁਗਲਾਂ ਨੇ ਅਲੱਗ-ਅਲੱਗ ਅਪਣਾਏ ਨੇ। ਆਪਾਂ ਆਮ ਤੌਰ ਤੇ ਜਿਹੜੇ ਸਿੱਖ ਨੇ ਜਦੋਂ ਅਰਦਾਸ ਕਰਦੇ ਨੇ ਉੱਥੇ ਇੱਕ ਜ਼ਿਕਰ ਆਉਂਦਾ ਹੈ, ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਕਟਵਾਏ ਗਏ, ਹੈ ਨਾ। ਚਰਖੜੀਆਂ ਤੇ ਚੜ੍ਹੇ, ਚਰਖੜੀ ਕੀ ਹੁੰਦੀ ਹੈ? ਜਿਸ ਤਰ੍ਹਾਂ ਤੁਸੀਂ ਤਸਵੀਰ ਦੇ ਵਿੱਚ ਦੇਖਦੇ ਹੋ, ਇਹਦੇ ਵੱਡੇ ਵੱਡੇ ਦੰਦੇ ਹੁੰਦੇ ਨੇ ਲੋਹੇ ਦੇ, ਇੱਕ ਚੱਕਰ ਦੇ ਉੱਤੇ ਲਾਏ ਹੋਏ, ਉਹਨਾਂ ਦੇ ਨਾਲ ਇਨਸਾਨ ਨੂੰ ਬੰਨ੍ਹ ਦਿੱਤਾ ਜਾਂਦਾ ਹੈ। ਤਾਂ ਜਿਹੜੇ ਉਹ ਜਦੋਂ ਉਹਨੂੰ ਗੇੜਿਆ ਜਾਂਦਾ ਹੈ ਤਾਂ ਉਹ ਜਿਹੜੇ ਦੰਦੇ ਨੇ ਸਰੀਰ ਦੇ ਵਿੱਚ ਧੱਸਦੇ ਜਾਂਦੇ ਨੇ ਤੇ ਬਹੁਤ ਪੀੜਾਦਾਇਕ ਹੈ ਜਿਹੜੀ ਉਹ ਮੌਤ ਹੁੰਦੀ ਹੈ। ਪਰ ਤੁਸੀਂ ਉਹਨਾਂ ਦਾ ਜੇਰਾ ਦੇਖੋ ਭਾਈ ਸੁਬੇਗ ਸਿੰਘ ਦਾ ਜਾਂ ਭਾਈ ਸਹਿਬਾਜ ਸਿੰਘ ਦਾ, ਤੇ ਉਹਨਾਂ ਨੇ ਇਹ ਜਿਹੀ ਜਿਹੜੀ ਮੌਤ ਹੈ ਉਹਨੂੰ ਕਬੂਲ ਕੀਤਾ, ਪਰ ਆਪਣਾ ਜਿਹੜਾ ਧਰਮ ਹੈ ਉਹ ਨਹੀਂ ਛੱਡਿਆ। ਇਸ ਤੋਂ ਅਗਲੀ ਘਟਨਾ ਹੈ ਜਿਹੜੀ ਯਾਹੀਆ ਖਾਂ ਤੇ ਸ਼ਾਹ ਨਵਾਜ਼ ਖਾਂ ਦੇ ਵਿੱਚ ਲੜਾਈ। ਉਹੀ ਜਿਸ ਤਰ੍ਹਾਂ ਪਹਿਲਾਂ ਅਮਨੀਤ ਸਰ ਨੇ ਦੱਸਿਆ ਕਿ ਜ਼ਕਰੀਆ ਖਾਨ ਦੀ ਮੌਤ ਤੋਂ ਪਹਿਲਾਂ
ਇਹਨਾਂ ਦੇ ਵਿੱਚ ਮੌਤ ਤੋਂ ਬਾਅਦ ਲੜਾਈ ਹੁੰਦੀ ਹੈ ਸੂਬੇਦਾਰੀ ਨੂੰ ਲੈ ਕੇ। ਉਸੇ ਤਰ੍ਹਾਂ ਇਹ ਜਿਹੜੀ ਲੜਾਈ ਹੈ, ਇਹ ਲੜਾਈ ਇੰਨੀ ਵੱਧ ਜਾਂਦੀ ਹੈ ਕਿ ਯਹੀਆ ਖਾਨ ਦੇ ਅੰਤ ਦਾ ਕਾਰਨ ਬਣਦੀ ਹੈ। ਜਿਹੜਾ ਸ਼ਾਹ ਨਵਾਜ਼ ਖਾਨ ਹੈ ਉਹਦੀ ਜਿੱਤ ਹੁੰਦੀ ਹੈ। ਉਹ ਯਹੀਆ ਖਾਨ ਨੂੰ ਔਰ ਲਖਪਤ ਰਾਏ ਨੂੰ ਕੈਦ ਕਰ ਲੈਂਦਾ ਹੈ, ਉਹਨਾਂ ਨੂੰ ਕੈਦ ਕਰਕੇ ਜੇਲ੍ਹ ਦੇ ਵਿੱਚ ਸੁੱਟ ਦਿੰਦਾ ਹੈ। ਇਹ ਜਿਹੜਾ ਯਹੀਆ ਖਾਨ ਦੀ ਹਾਰ ਹੈ ਜਾਂ ਸ਼ਾਹ ਨਵਾਜ਼ ਖਾਨ ਦੀ ਜਿੱਤ ਹੈ, ਇਹ ਸਿੱਖਾਂ ਲਈ ਇੱਕ ਸੁਨਹਿਰੀ ਮੌਕਾ ਹੈ। ਅੱਗੇ ਮੀਰ ਮੰਨੂ ਬਣਦਾ ਹੈ ਪੰਜਾਬ ਲਾਹੌਰ ਦਾ ਗਵਰਨਰ। ਸਰ, ਮੀਰ ਮੰਨੂ ਬਾਰੇ ਪਾਓ ਚਾਨਣਾ। ਮੀਰ ਮੰਨੂ ਜੋ ਹੈ ਉਹ ਕਮਰੂਦੀਨ ਦਾ ਪੁੱਤਰ ਸੀ ਤੇ ਉਸਨੇ ਜਦੋਂ ਕਮਰੂਦੀਨ ਮਨੂਪੁਰ ਵਿਖੇ ਜਦੋਂ ਅਬਦਾਲੀ ਪਹਿਲੀ ਲੜਾਈ ਦੇ ਵਿੱਚ ਲੜਨ ਆ ਰਿਹਾ ਸੀ ਪੰਜਾਬ ਦੇ ਵੱਲ, ਜਦੋਂ ਉਹ ਦਿੱਲੀ ਵੱਲ ਨੂੰ ਵੱਧਦਾ ਹੈ ਤਾਂ ਉਸ ਸਮੇਂ ਕਮਰੂਦੀਨ ਦੀ ਮੌਤ ਹੋ ਜਾਂਦੀ ਹੈ ਤੇ ਮੀਰ ਮੰਨੂ ਉਸ ਸਮੇਂ ਇਹ ਸਾਰੇ ਯੁੱਧ ਨੂੰ ਸੰਭਾਲਦਾ ਹੈ ਤੇ ਇਸ ਦੇ ਵਿੱਚ ਮੀਰ ਮੰਨੂ ਜਿੱਤ ਪ੍ਰਾਪਤ ਕਰਦਾ ਹੈ। ਤਾਂ ਉਸ ਦੀ ਇਸ ਜਿੱਤ ਕਰਕੇ ਹੀ ਉਸ ਨੂੰ ਪੰਜਾਬ ਦਾ ਸੂਬੇਦਾਰ ਹੈ ਜਿਹੜਾ ਉਹ ਨਿਯੁਕਤ ਕਰ ਦਿੱਤਾ ਗਿਆ ਸੀ। ਹਾਂਜੀ ਕਰਨੈਲ। ਹਾਂਜੀ, ਮੀਰ ਮੰਨੂ ਜਦੋਂ ਪੰਜਾਬ ਦਾ ਗਵਰਨਰ ਬਣਦਾ ਹੈ, ਉਹੀ ਨੀਤੀ ਦੇ ਉੱਤੇ ਉਹ ਵੀ ਚੱਲਦਾ ਹੈ ਕਿ ਸਿੱਖਾਂ ਨੂੰ ਬਿਲਕੁਲ ਖਤਮ ਕਰ ਦੇਣਾ ਪੰਜਾਬ ਦੇ ਵਿੱਚੋਂ। ਇਹਨਾਂ ਨੂੰ ਇੱਕ ਜਿਹੜਾ ਹੋਕਾ ਹੈ ਜਾਂ ਇੱਕ ਢੰਡੋਰਾ ਹੈ ਉਹ ਫੇਰਿਆ ਜਾਂਦਾ ਹੈ, ਉਹ ਢੰਡੋਰਾ ਪਿੱਟਿਆ ਜਾਂਦਾ ਹੈ ਕਿ ਜੋ ਸਿੱਖਾਂ ਦੀ ਮਦਦ ਕਰੂਗਾ, ਸਿੱਖ ਤਾਂ ਦੇਖੋ ਬਾਗੀ ਨੇ, ਜੋ ਸਿੱਖਾਂ ਦੀ ਮਦਦ ਕਰੂਗਾ ਉਹ ਵੀ ਸਰਕਾਰ ਮੁਗਲਿਆ ਦਾ ਜਾਂ ਆਪਾਂ ਕਹਿੰਦੇ ਮੁਗਲ ਸਰਕਾਰ ਦਾ ਦੋਸ਼ੀ ਹੋਊਗਾ, ਕਿਉਂਕਿ ਬਾਗੀ ਦੀ ਕਿਸੇ ਦੀ ਮਦਦ ਕਰਨਾ ਜਾਂ ਉਹਦੇ ਨਾਲ ਹਮਦਰਦੀ ਰੱਖਣਾ ਵੀ ਇੱਕ ਗੁਨਾਹ ਹੈ। ਇਹ ਜਦੋਂ ਮੀਰ ਮੰਨੂ ਆਉਂਦਾ ਹੈ ਉਸ ਟਾਈਮ ਵੀ ਸਿੱਖਾਂ ਦੇ ਉੱਤੇ ਜਿਹੜਾ ਜ਼ੁਲਮਾਂ ਦਾ ਦੌਰ ਹੈ ਜਿਹੜਾ ਦੁਬਾਰਾ ਫਿਰ ਸ਼ੁਰੂ ਹੋ ਜਾਂਦਾ ਹੈ। ਉਸ ਤੋਂ ਅੱਗੇ ਹੈ ਮੀਰ ਮੰਨੂ ਦੀਆਂ ਔਂਕੜਾਂ। ਮੀਰ ਮੰਨੂ ਜਦੋਂ ਪੰਜਾਬ ਦਾ ਸੂਬੇਦਾਰ ਬਣਦਾ ਹੈ ਤਾਂ ਉਸ ਸਮੇਂ ਦੇ ਹਾਲਾਤ ਨੇ ਜੋ ਉਹ ਕਾਫੀ ਚੇਂਜ ਹੋ ਚੁੱਕੇ ਹੁੰਦੇ ਨੇ, ਕਿਉਂਕਿ ਉਸ ਤੋਂ ਪਹਿਲਾਂ ਜਿਹੜਾ ਸ਼ਾਹ ਨਵਾਜ਼ ਖਾਨ ਤੇ ਯਹੀਆ ਖਾਨ ਵਿਚਕਾਰ ਜਿਹੜਾ ਯੁੱਧ ਚੱਲਦਾ ਹੈ, ਜਦੋਂ ਸ਼ਾਹ ਨਵਾਜ਼ ਖਾਨ ਪੰਜਾਬ ਦਾ ਸੂਬੇਦਾਰ ਬਣਦਾ ਹੈ ਤਾਂ ਉਸ ਸਮੇਂ ਸਿੱਖਾਂ ਨੂੰ ਆਪਣੀ ਸ਼ਕਤੀ ਨੂੰ ਵਧਾਉਣ ਦਾ ਮੌਕਾ ਮਿਲ ਗਿਆ ਸੀ। ਇਸ ਸਮੇਂ ਸਿੱਖ ਪੂਰੀ ਤਰ੍ਹਾਂ ਸੰਗਠਿਤ ਹੋ ਗਏ ਸੀ। ਉਹਨਾਂ ਨੇ ਜੰਗਲਾਂ ਤੋਂ ਬਾਹਰ ਆ ਕੇ ਉਹਨਾਂ ਜਿਹੜੇ ਮੁਕੱਦਮ ਸੀ ਜਾਂ ਹੋਰ ਸੀਗੇ ਜਿਹੜੇ ਮੁਗਲਾਂ ਦੀ ਸਾਥ ਦਿੰਦੇ ਸੀ ਉਹਨਾਂ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ ਸੀ। ਤਾਂ ਇਸ ਤਰ੍ਹਾਂ ਕਰਕੇ ਸਿੱਖ ਨੇ ਜਿਹੜੇ ਇੱਕ ਵੱਡੀ ਸ਼ਕਤੀ ਬਣ ਗਏ ਸੀ ਤੇ ਉਹਨਾਂ ਦੀ ਸ਼ਕਤੀ ਮੀਰ ਮੰਨੂ ਦੇ ਲਈ ਬੜੀ ਵੱਡੀ ਔਕੜ ਸੀ। ਦੂਸਰਾ ਹੈ ਅਹਿਮਦ ਸ਼ਾਹ ਅਬਦਾਲੀ ਦਾ ਡਰ। ਮੀਰ ਮੰਨੂ ਪਹਿਲੀ ਲੜਾਈ ਦੇ ਵਿੱਚ ਭਾਵੇਂ ਜਿੱਤ ਜਾਂਦਾ ਹੈ ਪਰ ਉਸ ਤੋਂ ਬਾਅਦ ਅਗਲੀਆਂ ਲੜਾਈਆਂ ਦੇ ਵਿੱਚ ਮੀਰ ਮੰਨੂ ਨੂੰ ਅਬਦਾਲੀ ਦੇ ਹਮਲਿਆਂ ਦਾ ਡਰ ਰਹਿੰਦਾ ਹੈ। ਜਦੋਂ ਉਹ ਰਾਮ ਰੌਣੀ ਦੇ ਕਿਲੇ ਦੇ ਵਿੱਚ ਲੜ ਰਿਹਾ ਹੁੰਦਾ ਹੈ ਤਾਂ ਉਸ ਸਮੇਂ ਅਬਦਾਲੀ ਹਮਲਾ ਕਰਦਾ ਹੈ ਤੇ ਉਹਨੂੰ ਉਹ ਲੜਾਈ ਹੈ ਜਿਹੜੀ ਉੱਥੋਂ ਛੱਡ ਕੇ ਆਉਣੀ ਪੈਂਦੀ ਹੈ। ਅੱਗੇ ਹੈ ਵਜ਼ੀਰ ਸਫਦਰ ਜੰਗ। ਤੁਰਾਨੀ ਧੜੇ ਨੂੰ ਖਤਮ ਕਰਨਾ ਚਾਹੁੰਦਾ ਸੀ। ਜਿਹੜਾ ਵਜ਼ੀਰ ਸਫਦਰ ਜੰਗ ਹੈ ਉਹ ਰੁਕਨੂਦੀਨ ਤੋਂ ਬਾਅਦ ਮੀਰ ਮੰਨੂ ਦੇ ਪਿਤਾ ਤੋਂ ਬਾਅਦ ਉਹ ਦਿੱਲੀ ਦਰਬਾਰ ਦਾ ਜਿਹੜਾ ਵਜ਼ੀਰ ਬਣਦਾ ਹੈ, ਉਹ ਤੁਰਾਨੀ ਧੜੇ ਨੂੰ ਖਤਮ ਕਰਨਾ ਚਾਹੁੰਦਾ ਸੀ। ਉਹ ਆਪ ਦੁਰਾਨੀ ਧੜੇ ਦਾ ਸੀ ਤੇ ਉਹ ਤੁਰਾਨੀ ਧੜੇ ਨੂੰ ਖਤਮ ਕਰਨਾ ਚਾਹੁੰਦਾ ਸੀ। ਤੁਰਾਨੀ ਧੜੇ ਦੇ ਵਿੱਚ ਮੀਰ ਮੰਨੂ, ਉਹਦੇ ਪਿਤਾ, ਉਹ ਸਾਰੇ ਤੁਰਾਨੀ ਧੜੇ ਦੇ ਵਿੱਚ ਸੀ ਤਾਂ ਉਹਦੇ ਪਿਤਾ ਦੀ ਤਾਂ ਮੌਤ ਹੋ ਚੁੱਕੀ ਸੀ। ਇਸ ਕਰਕੇ ਉਹ ਮੀਰ ਮੰਨੂ ਨੂੰ ਖਤਮ ਕਰਨ ਦੀਆਂ ਪੂਰੀਆਂ ਜ਼ੋਰ ਲਾ ਰਿਹਾ ਸੀ। ਇਸੇ ਲਈ ਉਹਨੇ ਸ਼ਾਹ ਨਵਾਜ਼ ਖਾਨ ਨੂੰ ਵੀ ਕਿਤੇ ਨਾ ਕਿਤੇ ਹੈ ਸਹਿਯੋਗ ਦਿੱਤਾ ਸੀ। ਇਸੇ ਲਈ ਮੀਰ ਮੰਨੂ ਜੋ ਹੈ ਉਹਨੂੰ ਔਂਕੜ ਸੀ ਸਫਦਰ ਜੰਗ ਦੀ, ਕਿਉਂਕਿ ਜਦੋਂ ਅੱਗੇ ਜਾ ਕੇ ਆਪਾਂ ਪੜਾਂਗੇ ਕਿ ਜਦੋਂ ਅਬਦਾਲੀ ਹਮਲਾ ਕਰਦਾ ਤਾਂ ਸਫਦਰ ਜੰਗ ਦਿੱਲੀ ਵੱਲੋਂ ਉਹਨੂੰ ਕੋਈ ਸਹਾਇਤਾ ਹੀ ਨਹੀਂ ਭੇਜਦਾ। ਇਸ ਕਰਕੇ ਮੀਰ ਮੰਨੂ ਹੈ ਜਿਹੜਾ ਉਹ ਹਾਰ ਜਾਂਦਾ ਹੈ। ਹਾਂਜੀ ਕਰਨਾ ਬਿਲਕੁਲ ਮਨੀਸ਼ ਸਰ, ਜਿਹੜਾ ਮੁਗਲ ਦਰਬਾਰ ਹੈ ਆਪਾਂ ਦੇਖਦੇ ਹਾਂ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਧੜੇਬੰਦੀ ਦਾ ਸ਼ਿਕਾਰ ਹੋ ਜਾਂਦਾ ਹੈ। ਉੱਥੇ ਤੁਰਾਨੀ ਤੇ ਦੁਰਾਨੀ ਧੜੇ ਦੇ ਵਿੱਚ ਸੰਘਰਸ਼ ਚੱਲਦਾ ਹੈ। ਇਹ ਜਿਹੜਾ ਇਸੇ ਸੰਘਰਸ਼ ਦਾ ਸ਼ਿਕਾਰ ਹੈ ਜਿਹੜਾ ਉਹ ਕਿਤੇ ਨਾ ਕਿਤੇ ਮੀਰ ਮੰਨੂ ਵੀ ਹੁੰਦਾ ਹੈ। ਹੁਣ ਮੀਰ ਮੰਨੂ ਹੈ ਜਿਹੜਾ ਉਹਦੀ ਸਿੱਖਾਂ ਵਿਰੁੱਧ ਕਾਰਵਾਈ, ਤਾਂ ਮੀਰ ਮੰਨੂ ਹੈ ਜਿਹੜਾ ਉਹਨੇ ਸਿੱਖਾਂ ਦੇ ਵਿਰੁੱਧ ਕਾਰਵਾਈ ਕਰਨ ਵਾਸਤੇ ਸੈਨਿਕ ਦਸਤੇ ਭੇਜੇ। ਉਹਦੀ ਜਿਹੜੀ ਸੈਨਾ ਸੀ ਕਿ ਉਹਨਾਂ ਨੇ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਸਿੱਖਾਂ ਦਾ ਨੂੰ ਫੜਨ ਜਾਂ ਸਿੱਖਾਂ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ। ਜਿਹੜਾ ਅਦੀਨਾ ਵੇਗ ਸੀਗਾ ਜਲੰਧਰ ਦਾ ਫੌਜਦਾਰ, ਉਹਨੂੰ ਵੀ ਸਖਤ ਆਦੇਸ਼ ਦਿੱਤੇ ਗਏ ਕਿ ਜੇ ਕਿਤੇ ਵੀ ਸਿੱਖਾਂ ਨਾਲ ਕੋਈ ਨਰਮੀ ਵਰਤਦਾ ਹੈ ਜਾਂ ਸਿੱਖਾਂ ਦਾ ਕੋਈ ਸਾਥ ਦਿੰਦਾ ਹੈ ਜਾਂ ਸਿੱਖਾਂ ਨੂੰ ਰਸਦ ਪਾਣੀ ਪਹੁੰਚਾਉਂਦਾ ਜਾਂ ਵੈਸੇ ਹਮਦਰਦੀ ਰੱਖਦਾ ਹੈ ਤਾਂ ਉਸ ਨੂੰ ਵੀ ਗੁਨਾਹਗਾਰ ਸਮਝਿਆ ਜਾਵੇ।
ਇਸੇ ਲੜੀ ਤਹਿਤ ਸਿੱਖਾਂ ਨੂੰ ਕੈਦ ਕਰਕੇ ਲਾਹੌਰ ਲਿਆਉਣਾ ਸ਼ੁਰੂ ਕਰ ਦਿੱਤਾ। ਜਿਸ ਤਰ੍ਹਾਂ ਪਹਿਲਾਂ ਆਪਾਂ ਕਹਿੰਦੇ ਸੀਗੇ ਕਿ ਜਿੱਥੇ ਸਿੱਖ ਮਿਲਦਾ ਉਹਦਾ ਸਿਰ ਵੱਢ ਲਿਆਓ, ਇੱਥੇ ਕੀ ਕੀਤਾ ਮੀਰ ਮਨੂੰ ਨੇ ਸਿੱਖਾਂ ਨੂੰ ਫੜ ਕੇ ਲਾਹੌਰ ਲਿਆਉਣਾ ਸ਼ੁਰੂ ਕਰ ਦਿੱਤਾ। ਸਿੱਖਾਂ ਨੂੰ ਜਿਹੜੇ ਸੀਗੇ ਉੱਥੇ ਲਿਆ ਕੇ ਉਹਨਾਂ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ। ਹੁਣ ਇੱਕ ਵਾਰ ਜਿਹੜੇ ਸਿੱਖ ਨੇ, ਤੁਸੀਂ ਦੇਖਦੇ ਆਪਾਂ ਜਿਵੇਂ ਪਹਿਲਾਂ ਮੀਰ ਮਨੂੰ ਦੇ ਸੂਬੇਦਾਰ ਬਣਨ ਤੋਂ ਪਹਿਲਾਂ ਜਿਵੇਂ ਸਿੱਖ ਸੀਗੇ ਜਿਹੜੇ ਖੁੱਲ੍ਹੇ ਮੈਦਾਨ ਦੇ ਵਿੱਚ ਆ ਗਏ ਸੀਗੇ, ਹੈ ਨਾ, ਜੰਗਲਾਂ ਦੇ ਵਿੱਚੋਂ ਬਾਹਰ ਨਿਕਲੇ ਆਏ ਸੀਗੇ, ਉਹਨਾਂ ਨੇ ਛੋਟੇ ਛੋਟੇ ਜਥੇ ਬਣਾ ਲਏ ਸੀਗੇ। ਇੱਥੇ ਇੱਕ ਵਾਰ ਫਿਰ ਜਦੋਂ ਸਖਤੀ ਹੁੰਦੀ ਹੈ ਤਾਂ ਸਿੱਖਾਂ ਨੇ ਜਿਹੜੇ ਖੁੱਲ੍ਹੇ ਯੁੱਧ ਨੇ ਉਹ ਕਰਨੇ ਬੰਦ ਕਰ ਦਿੱਤੇ। ਅੱਗੇ ਆਉਂਦਾ ਰਾਮ ਰੌਣੀ ਦਾ ਕਿਲੇ ਨੂੰ ਘੇਰਾ। ਅਕਤੂਬਰ 1748 ਦੇ ਵਿੱਚ ਮੀਰ ਮਨੂੰ ਤੇ ਅਦੀਨਾ ਵੇਗ ਦੀ ਸੈਨਾ ਨੇ ਰਾਮ ਰੌਣੀ ਕਿਲੇ ਨੂੰ ਘੇਰਾ ਪਾ ਲਿਆ, ਕਿਉਂਕਿ ਜਦੋਂ ਜਿਹੜੇ ਸਿੱਖ ਸੀਗੇ ਉਹਨਾਂ ਨੂੰ ਕਦੇ ਵੀ ਸਮਾਂ ਮਿਲਦਾ ਸੀ ਉਹ ਸੰਗਠਿਤ ਹੁੰਦੇ ਸੀਗੇ। ਉਹਨਾਂ ਨੇ ਹੌਲੀ ਹੌਲੀ ਕਰਕੇ ਇੱਕ ਕਿਲੇ ਦੀ ਉਸਾਰੀ ਕਰ ਲਈ ਸੀਗੀ। ਉਸ ਕਿਲੇ ਦੇ ਵਿੱਚੋਂ ਹੀ ਉਹ ਕੋਈ ਜਿਵੇਂ ਕਾਰਵਾਈ ਕਰਦੇ, ਕਿਸੇ ਗਦਾਰ ਨੂੰ ਜੇ ਸੋਧਣਾ ਹੁੰਦਾ ਜਾਂ ਕਿਸੇ ਸਰਕਾਰੀ ਖਜ਼ਾਨੇ ਨੂੰ ਲੁੱਟਣਾ, ਉਹ ਜਾਂ ਕਿਸੇ ਕੋਈ ਵੀ ਕੰਮ ਕਰਨਾ, ਤੇ ਆ ਕੇ ਉਹ ਕਿਲੇ ਦੇ ਵਿੱਚ ਸ਼ਰਨ ਲੈ ਲੈਂਦੇ ਸੀਗੇ। ਜਿਹੜਾ ਮੀਰ ਮਨੂੰ ਸੀਗਾ ਉਹ ਇਹ ਦੇਖਦਾ ਸੀ ਜੇ ਇਸ ਕਿਲੇ ਨੂੰ ਹੀ ਖਤਮ ਕਰ ਦਿੱਤਾ ਜਾਵੇ ਤਾਂ ਸਿੱਖਾਂ ਲਈ ਇੱਕ ਮੁਸੀਬਤ ਪੈਦਾ ਕੀਤੀ ਜਾ ਸਕਦੀ ਹੈ, ਸਿੱਖਾਂ ਦੀ ਇੱਕ ਠਾਹਰ ਹੈ ਜਿਹੜੀ ਉਹ ਖਤਮ ਕੀਤੀ ਜਾ ਸਕਦੀ ਹੈ। ਜਦੋਂ ਕਿਲੇ ਨੂੰ ਘੇਰਿਆ ਉਸ ਸਮੇਂ ਜਿਹੜੇ ਕਿਲੇ ਦੇ ਵਿੱਚ ਸੀਗੇ ਤਕਰੀਬਨ 500 ਸਿੱਖ ਸਨ। ਇਸ ਕਿਲੇ ਨੂੰ ਜਿਹੜਾ ਘੇਰਾ ਉਹ 4 ਮਹੀਨੇ ਪਾਈ ਰੱਖਿਆ। ਇੱਥੇ ਇੱਕ ਵਰਣਨਯੋਗ ਗੱਲ ਹੈ ਕਿ ਜਿਹੜਾ ਜੱਸਾ ਸਿੰਘ ਰਾਮਗੜੀਆ ਮਿਸਲ ਦਾ ਹੈਡ ਹੈ, ਜਿਹੜਾ ਜੱਸਾ ਸਿੰਘ ਰਾਮਗੜੀਆ, ਕਿਉਂਕਿ ਸਿੱਖਾਂ ਦੇ ਵਿਚਕਾਰ ਔਰ ਇਹਦੇ ਅਦੀਨਾ ਵੇਗ ਦੇ ਵਿਚਕਾਰ, ਜੇ ਆਪਾਂ ਕਹਿੰਦੇ ਮੀਰ ਮਨੂੰ ਦੇ ਵਿਚਕਾਰ ਔਰ ਸਿੱਖਾਂ ਵਿਚਕਾਰ ਇੱਕ ਸਮਝੌਤਾ ਪਹਿਲਾਂ ਹੋ ਚੁੱਕਿਆ ਹੁੰਦਾ ਹੈ। ਜੱਸਾ ਸਿੰਘ ਨੂੰ ਇੱਕ ਜਗੀਰ ਮਿਲੀ ਹੁੰਦੀ ਹੈ। ਜੱਸਾ ਸਿੰਘ ਅਦੀਨਾ ਵੇਗ ਦਾ ਸਾਥ ਦਿੰਦਾ ਹੈ ਔਰ ਉਹਦੇ ਸਾਥੀ ਵਜੋਂ ਉਹ ਉੱਥੇ ਘੇਰਾ ਪਾਈ ਖੜਾ ਹੁੰਦਾ ਹੈ। ਪਰ ਤੁਸੀਂ ਇੱਥੇ ਮੈਂ ਫਿਰ ਦੁਬਾਰਾ ਕਹਿਣਾ, ਤੁਸੀਂ ਕਿਰਦਾਰ ਦੇਖੋ ਜਾਂ ਉਹਨਾਂ ਦੀ ਕੌਮ ਪ੍ਰਸਤੀ ਦੇਖੋ, ਉਹਨਾਂ ਜਥੇਦਾਰਾਂ ਦੀ ਜਾਂ ਉਹਨਾਂ ਸਾਡੇ ਲੀਡਰਾਂ ਦੀ। ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਆਪਦੇ ਜਿਹੜੇ ਨਿੱਜੀ ਹਿੱਤ ਨੇ ਉਹਨਾਂ ਨੂੰ ਉਸੇ ਵਕਤ ਉਹ ਤਿਆਗ ਦਿੰਦੇ ਸੀਗੇ ਜਦੋਂ ਕੋਈ ਕੌਮ ਦਾ ਮਸਲਾ ਹੁੰਦਾ ਸੀ। ਭਾਵੇਂ ਉਹ ਆਪਸ ਦੇ ਵਿੱਚ ਲੜਦੇ ਝਗੜਦੇ ਰਹਿੰਦੇ ਸੀਗੇ, ਭਾਵੇਂ ਉਹਨਾਂ ਦਾ ਆਪਸ ਦੇ ਵਿੱਚ ਸੰਬੰਧ ਕਿਹੋ ਜਿਹਾ ਸੀ, ਪਰ ਜਦੋਂ ਕੌਮੀ ਮੁੱਦਾ ਹੁੰਦਾ ਸੀਗਾ, ਜਦੋਂ ਕੌਮ ਦੇ ਉੱਤੇ ਭੀੜ ਪੈਂਦੀ ਸੀਗੀ ਤਾਂ ਉਹ ਆਪਸ ਦੇ ਵਿੱਚ ਇਕੱਠੇ ਹੋ ਜਾਂਦੇ ਸੀਗੇ। ਤਾਂ ਇੱਥੇ ਕੀ ਹੋਇਆ, ਜਦੋਂ ਸਿੱਖਾਂ ਨੂੰ ਘੇਰਾ ਪਾਈ ਰੱਖਿਆ, ਅੰਦਰ 500 ਦੇ ਕਰੀਬ ਸਿੱਖ ਸੀਗੇ, ਤਾਂ ਜਿਹੜਾ ਜੱਸਾ ਸਿੰਘ ਰਾਮਗੜੀਆ ਅਦੀਨਾ ਵੇਗ ਦਾ ਸਾਥ ਛੱਡਦਾ ਹੈ ਔਰ ਸਿੱਖਾਂ ਨਾਲ ਜਾ ਮਿਲਦਾ ਹੈ। ਜੱਸਾ ਸਿੰਘ ਦੇ ਸਾਥ ਛੱਡਣ ਨਾਲ ਅਦੀਨਾ ਵੇਗ ਦਾ ਜਿਹੜਾ ਹੌਸਲਾ ਹੈ ਉਹ ਖਤਮ ਹੋ ਜਾਂਦਾ ਹੈ ਤੇ ਸਿੱਖਾਂ ਦਾ ਜਿਹੜਾ ਹੌਸਲਾ ਹੈ ਉਹ ਵੱਧ ਜਾਂਦਾ ਹੈ। ਉੱਥੇ ਕੀ ਹੁੰਦਾ ਹੈ, ਮੀਰ ਮਨੂੰ ਨੂੰ ਸਮਝੌਤਾ ਕਰਨਾ ਪੈਂਦਾ, ਕਿਉਂਕਿ ਜਦੋਂ ਸਿੱਖਾਂ ਦੀ ਤਾਕਤ ਹੈ ਜਿਹੜੀ ਉਹ ਵੱਧ ਜਾਂਦੀ ਹੈ, ਮੀਰ ਮਨੂੰ ਸਿੱਖਾਂ ਦੇ ਨਾਲ ਸਮਝੌਤਾ ਕਰ ਲੈਂਦਾ। ਇੱਥੇ ਇੱਕ ਜਿਵੇਂ ਪਹਿਲਾਂ ਅਮਨੀਸ਼ ਸਰ ਕਹਿ ਕੇ ਗਏ ਨੇ, ਇਹ ਸਮਝੌਤਾ ਕਰਨ ਦਾ ਇੱਕ ਜਲਦੀ ਕਰਨ ਦਾ ਕਾਰਨ ਕੀ ਬਣਦਾ ਹੈ ਕਿ ਉਧਰੋਂ ਅਹਿਮਦ ਸ਼ਾਹ ਅਬਦਾਲੀ ਨੇ ਹਮਲੇ ਦੀਆਂ ਖਬਰਾਂ ਨੇ ਜਿਹੜੀਆਂ ਉਹ ਵੀ ਮਿਲ ਰਹੀਆਂ ਹੁੰਦੀਆਂ ਨੇ ਕਿ ਅਹਿਮਦ ਸ਼ਾਹ ਅਬਦਾਲੀ ਆ ਰਿਹਾ, ਔਰ ਮੀਰ ਮਨੂੰ ਨੂੰ ਆਪਣਾ ਡਰ ਹੁੰਦਾ ਹੈ ਕਿਉਂਕਿ ਮਨੂਪੁਰ ਦੇ ਯੁੱਧ ਦੇ ਵਿੱਚ ਮੀਰ ਮਨੂੰ ਅਹਿਮਦ ਸ਼ਾਹ ਅਬਦਾਲੀ ਦਾ ਦੁਸ਼ਮਣ ਵਜੋਂ ਨਿਤਰਿਆ ਸੀਗਾ। ਇਸ ਕਰਕੇ ਇੱਥੇ ਸਿੱਖਾਂ ਦਾ ਅਤੇ ਮੀਰ ਮਨੂੰ ਦਾ ਸਮਝੌਤਾ ਹੋ ਜਾਂਦਾ ਹੈ। ਅੱਗੇ ਜਿਹੜਾ ਮੀਰ ਮਨੂੰ ਤੇ ਸਿੱਖਾਂ ਦਾ ਸਮਝੌਤਾ, ਇਹਦੇ 'ਚ ਇੱਕ ਹੋਰ ਕਿਰਦਾਰ ਹੈ ਦੀਵਾਨ ਕੌੜਾ ਮੱਲ। ਜਦੋਂ ਅਬਦਾਲੀ ਹਮਲਾ ਕਰਦਾ ਹੈ, ਅਬਦਾਲੀ ਦੇ ਹਮਲੇ ਦੀ ਜਿਹੜਾ ਖਬਰ ਆਉਂਦੀ ਹੈ ਜਦੋਂ ਕਿ ਅਬਦਾਲੀ ਨੇ ਹਮਲਾ ਕਰ ਦਿੱਤਾ, ਤਾਂ ਜਿਹੜਾ ਦੀਵਾਨ ਕੌੜਾ ਮੱਲ ਹੈ ਬਹੁਤ ਸਿਆਣਾ ਇਨਸਾਨ ਹੈ ਔਰ ਸਿੱਖਾਂ ਨਾਲ ਹਮਦਰਦੀ ਰੱਖਦਾ ਹੈ। ਇਹ ਮੀਰ ਮਨੂੰ ਨੂੰ ਸਲਾਹ ਦਿੰਦਾ ਹੈ ਕਿ ਸਿੱਖਾਂ ਨਾਲ ਸਮਝੌਤਾ ਕਰ ਲਿਆ ਜਾਵੇ, ਕਿਉਂਕਿ ਸਿੱਖ ਨੇ ਜਿਹੜੇ ਇਹ ਇੱਥੋਂ ਦੇ ਸਥਾਨਕ ਵਾਸੀ ਨੇ ਔਰ ਇੱਥੋਂ ਦੇ ਚੱਪੇ ਚੱਪੇ ਤੋਂ ਵਾਕਫ ਨੇ। ਇਸ ਕਰਕੇ ਜੇ ਸਿੱਖਾਂ ਦੇ ਵਿੱਚ ਉਲਝੇ ਰਹੇ ਤਾਂ ਅਬਦਾਲੀ ਸਾਰਾ ਕੁਝ ਲੁੱਟ ਕੇ ਲੈ ਜਾਏਗਾ, ਅਬਦਾਲੀ ਦੇ ਅਧੀਨ ਆ ਜਾਾਂਗੇ, ਅਸੀਂ ਹਾਰ ਸਕਦੇ ਹਾਂ। ਤਾਂ ਮੀਰ ਮਨੂੰ ਨੇ ਉਹਦੀ ਸਲਾਹ ਮੰਨੀ ਤਾਂ ਸਿੱਖਾਂ ਦੇ ਨਾਲ ਸਮਝੌਤਾ ਕਰ ਲਿਆ। ਇਹ ਸਮਝੌਤੇ ਦੇ ਵਿੱਚ ਕੀ ਹੈ, ਇੱਕ ਪੱਟੀ ਪਰਗਨਾ, ਪੱਟੀ ਜਿਹੜਾ ਇਲਾਕਾ ਹੈ
ਜਿਸ ਤਰ੍ਹਾਂ ਹੁਣ ਅਸੀਂ ਜ਼ਿਲ੍ਹੇ ਜਾਂ ਅਸੀਂ ਤਹਿਸੀਲਾਂ ਕਹਿੰਦੇ ਨੇ, ਉਸ ਸਮੇਂ ਪਰਗਨੇ ਹੁੰਦੇ ਸੀਗੇ, ਸਰਕਾਰ ਹੁੰਦੀ ਸੀ ਪਰਗਨਾ, ਹੈ ਨਾ। ਤਾਂ ਇਸ ਤਰ੍ਹਾਂ ਪੱਟੀ ਪਰਗਨੇ ਦਾ ਜਿਹੜਾ ਲਗਾਨ, ਕੁੱਲ ਲਗਾਨ ਇਕੱਠਾ ਹੁੰਦਾ ਸੀਗਾ ਮਾਲੀਆ, ਉਹਦਾ ਚੌਥਾ ਹਿੱਸਾ ਸਿੱਖਾਂ ਨੂੰ ਅਤੇ ਕੁਝ ਹੋਰ ਜ਼ਗੀਰਾਂ ਦਿੱਤੀਆਂ ਗਈਆਂ। ਹੁਣ ਆਪਾਂ ਇੱਕ ਦੇਖਦੇ ਹਾਂ, ਜਿਹੜੇ ਕਿਸੇ ਸਮੇਂ ਜੰਗਲਾਂ ਦੇ ਵਿੱਚ ਲੁਕੇ ਬੈਠੇ ਸੀਗੇ, ਜਿਹੜੇ ਕਿਸੇ ਸਮੇਂ ਪਹਾੜਾਂ ਦੇ ਵਿੱਚ ਰਹਿੰਦੇ ਸੀਗੇ, ਜਿਨ੍ਹਾਂ ਦੇ ਸਿਰਾਂ ਦੇ ਮੁੱਲ ਪਾਏ ਜਾ ਰਹੇ ਸੀਗੇ, ਆਪਦੇ ਸੰਘਰਸ਼ ਤੇ ਦ੍ਰਿੜਤਾ ਨਾਲ ਜਾਂ ਕੌਮ ਪ੍ਰਸਤੀ ਦੇ ਸਹਾਰੇ ਚੱਲਦੇ ਇੱਥੇ ਆ ਕੇ ਕੀ ਹੈ, ਇੱਕ ਦਾਅਵਾ ਪੇਸ਼ ਕਰਨ ਯੋਗ ਹੋ ਗਏ ਨੇ। ਉਹਨਾਂ ਨੂੰ ਲਗਾਨ ਦਾ ਹਿੱਸਾ ਜਿਹੜਾ ਉਹ ਮਿਲਣਾ ਸ਼ੁਰੂ ਹੋ ਗਿਆ। ਅੱਗੇ ਦੀਵਾਨ ਕੌੜਾ ਮੱਲ। ਹਾਂਜੀ ਮਨੀਸ਼ ਸਾਹਿਬ ਜੀ। ਦੀਵਾਨ ਕੌੜਾ ਮੱਲ ਜੋ ਹੈ ਉਹ ਮੀਰ ਮਨੂੰ ਦਾ ਦੀਵਾਨ ਸੀ। ਉਹ ਇੱਕ ਸਹਿਜਧਾਰੀ ਸਿੱਖ ਸੀ, ਪਰ ਸਿੱਖਾਂ ਨਾਲ ਉਹ ਬੜੀ ਹਮਦਰਦੀ ਰੱਖਦਾ ਸੀ। ਜਦੋਂ ਵੀ ਮੀਰ ਮਨੂੰ ਨੇ ਕਦੇ ਵੀ ਸਿੱਖਾਂ ਦੇ ਵਿਰੁੱਧ ਕਾਰਵਾਈ ਕਰਨ ਦੀ, ਸਖਤ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਹਮੇਸ਼ਾ ਉਹਨਾਂ ਨੂੰ ਰੋਕਿਆ। ਇਸੇ ਕਰਕੇ ਸਿੱਖ ਨੇ ਜਿਹੜੇ ਉਹਨਾਂ ਨੂੰ ਮਿੱਠਾ ਮੱਲ ਦੇ ਨਾਂ ਨਾਲ ਵੀ ਜਿਹੜਾ ਉਹਨਾਂ ਦਾ ਨਾਮ ਹੈ ਜਿਹੜਾ ਉਹ ਲੈਂਦੇ ਸੀ, ਉਹਨਾਂ ਨੂੰ ਮਿੱਠਾ ਮੱਲ ਕਹਿ ਕੇ ਬੁਲਾਉਂਦੇ ਸੀ। ਬਿਲਕੁਲ ਸਰ, ਜਿਹੜਾ ਦੀਵਾਨ ਕੌੜਾ ਮੱਲ ਜੀ ਨੇ, ਇਹ ਮਤਲਬ ਅਰੋੜਾ ਜਾਤੀ ਨਾਲ ਸੰਬੰਧਿਤ ਸੀਗੇ। ਕਿਉਂਕਿ ਹੁਣ ਆਪਾਂ ਦੇਖਦੇ ਹਾਂ ਇਨਸਾਨਾਂ ਦੇ ਵਿੱਚ ਫਰਕ, ਇੱਕ ਪਾਸੇ ਜਸਪਤ ਰਾਏ ਤੇ ਲਖਪਤ ਰਾਏ ਨੇ, ਹੈ ਨਾ। ਜਿਹੜਾ ਲਖਪਤ ਰਾਏ ਹੈ ਉਸ ਦੇ ਸਮੇਂ ਬਹੁਤ ਬੇਅਦਬੀਆਂ ਹੋਈਆਂ। ਇੱਕ ਸਮਾਂ ਅਜਿਹਾ ਵੀ ਸੀ ਕਿ ਲਖਪਤ ਰਾਏ ਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਜਿਹੜੇ ਉਹ ਵੀ ਇਕੱਠੇ ਕਰਵਾ ਕੇ, ਹੈ ਨਾ, ਉਹਨਾਂ ਦੀ ਬੇਅਦਬੀ ਕਰਵਾਈ ਸੀਗੀ ਕਿ ਕੋਈ ਪਾਠ ਨਹੀਂ ਕਰ ਸਕੇਗਾ। ਕੋਈ ਗੁੜ ਦਾ ਕਿਹਾ ਜਾਂਦਾ ਹੈ ਕਿ ਗੁੜ ਕਹਿਣ 'ਤੇ ਵੀ ਸਜ਼ਾ ਹੁੰਦੀ ਸੀਗੀ, ਵੀ ਗੁਰੂ ਸ਼ਬਦ ਹੈ ਜਿਹੜਾ ਉਹਨੂੰ ਹੀ ਖਤਮ ਕਰਨ ਦਾ ਉਹ ਬੀੜਾ ਚੁੱਕਦਾ। ਪਰ ਇੱਕ ਪਾਸੇ ਦੀਵਾਨ ਕੌੜਾ ਮੱਲ ਜੀ ਨੇ, ਦੀਵਾਨ ਕੌੜਾ ਮੱਲ ਨੂੰ ਆਮ ਤੌਰ 'ਤੇ ਸਿੱਖ ਮਿੱਠਾ ਮੱਲ ਕਹਿ ਕੇ ਪੁਕਾਰਦੇ ਸੀਗੇ। ਜਦੋਂ ਕਦੇ ਵੀ ਸਿੱਖਾਂ ਦੇ ਉੱਤੇ ਭੀੜ ਪਈ, ਕੌੜਾ ਮੱਲ ਜੀ ਨੇ ਹਮਦਰਦੀ ਦਿਖਾਈ, ਹੈ ਨਾ, ਔਰ ਸਿੱਖਾਂ ਦਾ ਸਾਥ ਦਿੱਤਾ। ਕਈ ਅਜਿਹੇ ਮੌਕੇ ਆਏ ਜਿਨ੍ਹਾਂ ਦਾ ਸਿੱਖਾਂ ਨੂੰ ਭਵਿੱਖ ਦੇ ਵਿੱਚ ਜਾ ਕੇ ਬਹੁਤ ਜ਼ਿਆਦਾ ਫਾਇਦਾ ਹੋਇਆ। ਉਹ ਦੀਵਾਨ ਕੌੜਾ ਮੱਲ ਜੀ ਦੇ ਸਹਿਯੋਗ ਦੇ ਨਾਲ ਮਤਲਬ ਮਿਲੇ। ਪਿਆਰੇ ਵਿਦਿਆਰਥੀਓ, ਕਈ ਵਾਰ ਛੋਟਾ ਨੋਟ ਆ ਜਾਂਦਾ, ਦੀਵਾਨ ਕੌੜਾ ਮੱਲ ਦੇ ਉੱਤੇ ਨੋਟ ਲਿਖੋ। ਤਾਂ ਇਹ ਜਿਹੜੀਆਂ ਗੱਲਾਂ ਅਸੀਂ ਨੇ ਦੱਸੀਆਂ ਨੇ, ਇਹਨਾਂ ਨੂੰ ਨੋਟ ਕਰ ਲਿਓ। ਤੇ ਅੱਗੇ ਆਉਂਦਾ ਸਿੱਖਾਂ ਉੱਤੇ ਅਤਿਆਚਾਰ। ਉਹੀ ਸਿਸਟਮ ਫਿਰ, ਤੇ ਜਦੋਂ ਅਬਦਾਲੀ ਦੇ ਹਮਲੇ ਦਾ ਜਿਹੜਾ ਡਰ ਹੈ, ਜਾਂ ਅਬਦਾਲੀ ਦੇ ਨਾਲ ਮੀਰ ਮਨੂੰ ਹੈ ਜਿਹੜਾ ਹਾਰ ਜਾਂਦਾ ਹੈ ਤੇ ਅਬਦਾਲੀ ਦੇ ਪ੍ਰਤੀਨਿਧੀ ਦੇ ਰੂਪ ਦੇ ਵਿੱਚ ਸ਼ਾਸਨ ਕਰਦਾ ਹੈ, ਲਾਹੌਰ ਨੂੰ ਸੰਭਾਲਦਾ ਹੈ, ਤਾਂ ਆਪਣੀ ਪੁਰਾਣੀ ਨੀਤੀ ਦੇ ਉੱਤੇ ਉਹ ਫੇਰ ਆ ਜਾਂਦਾ ਹੈ। ਫਿਰ ਉਹੀ ਤਰ੍ਹਾਂ ਜਿੱਥੇ ਸਿੱਖ ਮਿਲਦਾ ਹੈ ਉਹਨੂੰ ਕੈਦ ਕਰੋ, ਲਾਹੌਰ ਲਿਆਓ ਤੇ ਉਹਦੀ ਜ਼ਮੀਨ ਜਾਇਦਾਦ ਹੈ ਜਿਹੜੀ ਉਹਨੂੰ ਕੁਰਕ ਕਰ ਲਓ। ਜੇ ਕੋਈ ਸਿੱਖ ਦਾ ਸਾਥ ਦਿੰਦਾ ਹੈ ਤਾਂ ਉਹਨੂੰ ਵੀ ਸਜ਼ਾ ਦੇ ਦਿਓ। ਕਾਰਨ ਕੀ ਸੀ ਕਿ ਮੀਰ ਮਨੂੰ ਸਿੱਖਾਂ ਦੇ ਨਾਲ ਅੰਦਰੋਂ ਇੱਕ ਘਿਰਣਾ ਕਰਦਾ ਸੀਗਾ, ਜਾਂ ਆਪਾਂ ਕਹਿੰਦੇ ਇੱਕ ਖਾਰ ਖਾਂਦਾ ਸੀਗਾ। ਉਹ ਕਾਰਨ ਕੀ ਸੀ ਕਿ ਉਹ ਇਹ ਸੋਚਦਾ ਸੀਗਾ ਕਿ ਇੱਕ ਜੰਗਲਾਂ ਦੇ ਵਿੱਚ ਰਹਿਣ ਵਾਲੇ ਲੋਕ ਜਿਹੜੇ ਘਰ ਘਾਟ ਨਹੀਂ ਸੀਗਾ, ਜਿਨ੍ਹਾਂ ਦੇ ਅੱਜ ਉਹ ਇੱਕ ਸ਼ਾਸਕ ਦਾ ਦਾਅਵਾ ਪੇਸ਼ ਕਰਨ ਲੱਗੇ ਨੇ, ਹੈ ਨਾ, ਤਾਂ ਉਹ ਇਹਨਾਂ ਨੂੰ ਖਤਮ ਕਰਨਾ ਚਾਹੁੰਦਾ ਸੀਗਾ ਉਹਨੇ। ਕਿਉਂਕਿ ਸਿੱਖ ਸੀਗੇ ਜਿਹੜੇ ਮਰਦ ਸੀਗੇ ਜਾਂ ਆਪਾਂ ਨੌਜਵਾਨ ਸੀਗੇ ਜਿਹੜੇ, ਉਹ ਇਹਨਾਂ ਦੇ ਹੱਥ ਨਹੀਂ ਆਉਂਦੇ ਸੀਗੇ। ਪਰ ਜਿਹੜਾ ਜ਼ਿਆਦਾਤਰ ਜ਼ੁਲਮ ਸੀਗਾ ਉਹ ਬਜ਼ੁਰਗਾਂ ਦੇ ਉੱਤੇ ਜਾਂ ਔਰਤਾਂ ਦੇ ਉੱਤੇ ਜਾਂ ਬੱਚਿਆਂ ਦੇ ਉੱਤੇ। ਜਿਸ ਤਰ੍ਹਾਂ ਆਮ ਆਪਾਂ ਸਿੱਖ ਅਰਦਾਸ ਦੇ ਵਿੱਚ ਕਰਦੇ ਨੇ, ਲਾਹੌਰ ਦੀਆਂ ਜੇਲ੍ਹਾਂ ਵਿੱਚ ਸਵਾ ਮਣ ਪੀਸਣਾ ਪੀਸਿਆ, ਜਾਂ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ 'ਚ ਪਵਾਏ। ਇਹ ਸਾਰਾ ਜਿਹੜਾ ਉਸ ਦੌਰ ਦੀਆਂ ਘਟਨਾਵਾਂ ਨੇ, ਉਸ ਦੌਰ ਦੇ ਵਿੱਚ ਜੋ ਸਿੱਖਾਂ ਨਾਲ ਵਾਪਰਿਆ। ਪਰ ਅਸੀਂ ਅੱਜ ਵੀ ਸਲਾਮ ਕਰਦੇ ਹਾਂ ਉਹਨਾਂ ਦੇ ਸਿਦਕ ਨੂੰ, ਕਿਉਂਕਿ ਜੇ ਅੱਜ ਦਾ ਪਦਾਰਥਵਾਦੀ ਯੁੱਗ ਦੇ ਨਾਲ ਉਸ ਸਮੇਂ ਨੂੰ ਮਿਲਾ ਕੇ ਦੇਖੀਏ ਤਾਂ ਉਹਨਾਂ ਦਾ ਜਿਹੜਾ ਕਿਰਦਾਰ ਹੈ ਬਹੁਤ ਉੱਚਾ ਹੈ, ਕਿਉਂਕਿ ਉਹ ਆਪਦੇ ਧਰਮ ਤੋਂ ਨਹੀਂ ਹਾਰਦੇ, ਭਾਵੇਂ ਉਹਨਾਂ ਨੂੰ ਕਿੰਨੇ ਵੀ ਤਸੀਹੇ ਨੇ ਜਿਹੜੇ ਉਹ ਝੱਲਣੇ ਪਏ। ਅੱਗੇ ਆਉਂਦਾ ਅਹਿਮਦ ਸ਼ਾਹ ਅਬਦਾਲੀ ਦਾ ਪੰਜਾਬ ਉੱਤੇ ਤੀਸਰਾ ਹਮਲਾ। ਮੀਰ ਮਨੂੰ ਜਦੋਂ ਦੂਸਰੇ ਹਮਲੇ ਦੇ ਵਿੱਚ ਹਾਰ ਜਾਂਦਾ ਹੈ ਤਾਂ ਉਸ ਸਮੇਂ ਮੀਰ ਮਨੂੰ ਨੇ ਅਹਿਮਦ ਸ਼ਾਹ ਅਬਦਾਲੀ ਨਾਲ ਇੱਕ ਸਮਝੌਤਾ ਕੀਤਾ ਸੀ, ਜਿਸ ਤਹਿਤ 14 ਲੱਖ ਰੁਪਏ ਨੇ ਜਿਹੜੇ ਉਹ ਅਬਦਾਲੀ ਨੂੰ ਦੇਣੇ ਮੀਰ ਮਨੂੰ ਨੇ ਮੰਨ ਲਏ ਸੀ। ਪਰ ਉਸਨੇ ਉਹ 14 ਲੱਖ ਰੁਪਏ ਨੇ ਜਿਹੜੇ ਉਹ ਅਬਦਾਲੀ ਨੂੰ ਨਹੀਂ ਭੇਜੇ। ਇਸੇ ਕਰਕੇ ਅਹਿਮਦ ਸ਼ਾਹ ਅਬਦਾਲੀ ਨੇ ਤੀਸਰਾ ਹਮਲਾ ਜੋ ਹੈ
ਉਹ ਪੰਜਾਬ ਦੇ ਉੱਪਰ ਕੀਤਾ। ਤੇ ਇਸ ਜਦੋਂ ਹਮਲਾ ਕਰਦੇ ਨੇ ਤਾਂ ਇਸ ਹਮਲੇ ਦੇ ਵਿੱਚ ਸਫਦਰ ਜੰਗ ਵੱਲੋਂ ਉਹਨਾਂ ਨੂੰ ਕੋਈ ਸਹਾਇਤਾ ਨਹੀਂ ਮਿਲਦੀ ਤੇ ਮੀਰ ਮੰਨੂ ਜੋ ਹੈ ਇੱਥੇ ਬੁਰੀ ਤਰ੍ਹਾਂ ਹਾਰ ਜਾਂਦਾ ਹੈ। ਮੀਰ ਮੰਨੂ ਨੂੰ ਕਹਿੰਦੇ ਕਿ ਅਬਦਾਲੀ ਦੇ ਅੱਗੇ ਪੇਸ਼ ਕੀਤਾ ਜਾਂਦਾ ਹੈ, ਤਾਂ ਅਬਦਾਲੀ ਦੇ ਅੱਗੇ ਜਦੋਂ ਪੇਸ਼ ਕੀਤਾ ਜਾਂਦਾ ਹੈ ਤਾਂ ਮੀਰ ਮੰਨੂ ਬੜੀ ਨਿਡਰਤਾ ਨਾਲ ਉਹਦੇ ਸਵਾਲਾਂ ਦੇ ਜਵਾਬ ਦਿੰਦਾ ਹੈ। ਤਾਂ ਉਸ ਦੇ ਜੋਸ਼ ਨੂੰ ਦੇਖ ਕੇ ਅਹਿਮਦ ਸ਼ਾਹ ਅਬਦਾਲੀ ਨੇ ਮੀਰ ਮੰਨੂ ਨੂੰ ਆਪਣੇ ਵੱਲੋਂ ਪੰਜਾਬ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ ਸੀ। ਪਿਆਰੇ ਵਿਦਿਆਰਥੀਓ, ਇੱਕ ਗੱਲ ਜ਼ਰੂਰ ਇੱਥੇ ਦੇਣ ਯੋਗ ਹੈ ਕਿ 1752 ਤੱਕ ਅਹਿਮਦ ਸ਼ਾਹ ਮੀਰ ਮੰਨੂ ਜੋ ਹੈ ਉਹ ਮੁਗਲਾਂ ਵੱਲੋਂ ਪੰਜਾਬ ਦਾ ਸੂਬੇਦਾਰ ਸੀ ਤੇ 1752 ਤੋਂ 1753 ਤੱਕ ਉਹ ਅਹਿਮਦ ਸ਼ਾਹ ਅਬਦਾਲੀ ਵੱਲੋਂ ਪੰਜਾਬ ਦਾ ਸੂਬੇਦਾਰ ਹੈ ਜਿਹੜਾ ਉਹ ਰਿਹਾ ਸੀਗਾ। ਬਿਲਕੁਲ ਅਮਨੀਸ਼ ਸਰ, ਜਿਹੜਾ ਪੰਜਾਬ ਹੈ, ਪੰਜਾਬ ਦੀ ਭੂਗੋਲਿਕ ਸਥਿਤੀ ਅਜਿਹੀ ਹੈ, ਕਦੇ ਪੰਜਾਬ ਅਫਗਾਨਿਸਤਾਨ ਦੇ ਅੰਡਰ ਆ ਜਾਂਦਾ ਹੈ, ਕਦੇ ਪੰਜਾਬ ਦਿੱਲੀ ਦੇ ਅੰਡਰ ਆ ਜਾਂਦਾ ਹੈ। ਠੀਕ ਹੈ ਨਾ, ਇਹੀ ਸੀ ਜਿਹੜਾ ਜਿੱਤ ਜਾਂਦਾ ਸੀਗਾ ਇੱਥੇ ਦਿੱਲੀ ਨੂੰ, ਕਿਉਂਕਿ ਪੰਜਾਬ ਜਿਵੇਂ ਆਪਾਂ ਪਹਿਲੇ ਪਾਠਾਂ ਦੇ ਵਿੱਚ ਪੜ੍ਹਦੇ ਹਾਂ ਭਾਰਤ ਦਾ ਪ੍ਰਵੇਸ਼ ਦੁਆਰ ਹੈ, ਜਿਹਨੇ ਲੰਘਣਾ ਪੰਜਾਬ ਦੇ ਵਿੱਚ ਦੀ ਲੰਘਣਾ ਹੈ। ਉਹੀ ਕੰਮ ਇੱਥੇ ਸੀਗਾ। ਮੀਰ ਮੰਨੂ ਹੈ ਜਿਹੜਾ ਉਹ ਪਹਿਲਾਂ ਮੁਗਲਾਂ ਦਾ ਗਵਰਨਰ ਹੈ, ਫਿਰ ਜਦੋਂ ਹਾਰ ਜਾਂਦਾ, ਕਿਉਂਕਿ ਦਿੱਲੀ ਜਿਹੜਾ ਮੀਰ ਮੰਨੂ ਹੈ ਉਹ ਡਟ ਕੇ ਮੁਕਾਬਲਾ ਕਰਦਾ ਹੈ। ਉਹਦਾ ਹੌਸਲਾ ਦੇਖਦਾ ਜਦੋਂ ਅਬਦਾਲੀ ਤਾਂ ਉਹਨੂੰ ਪੰਜਾਬ ਦਾ ਗਵਰਨਰ ਹੈ ਜਿਹੜਾ ਉਹ ਲਾ ਦਿੰਦਾ ਹੈ। ਉਸੇ ਤਰ੍ਹਾਂ ਮੀਰ ਮੰਨੂ ਅੱਗੇ ਆਉਂਦੇ ਆ ਅਮਨੀਸ਼ ਸਰ, ਆਪਾਂ ਜਿਹੜਾ ਮੀਰ ਮੰਨੂ ਹੈ ਇਹਨੇ ਇੰਨਾ ਕੁਛ ਕੀਤਾ ਪਰ ਫਿਰ ਵੀ ਇਹ ਅਸਫਲ ਰਿਹਾ। ਠੀਕ ਹੈ ਨਾ, ਮੀਰ ਮੰਨੂ ਹੈ ਜਿਹੜਾ ਉਹ ਜ਼ਕਰੀਆ ਖਾਂ ਵਾਂਗ, ਅਬਦੁਲ ਸਮਦ ਖਾਂ ਵਾਂਗ, ਯਾਹੀਆ ਖਾਂ ਵਾਂਗ ਜਿਵੇਂ ਪਹਿਲੇ ਮੁਗਲ ਗਵਰਨਰ ਸੀਗੇ ਉਹ ਸਿੱਖਾਂ ਦੇ ਵਿਰੁੱਧ ਅਸਫਲ ਰਹੇ, ਜਾਂ ਆਪਾਂ ਕਹਿ ਸਕਦੇ ਹਾਂ ਦੂਜੇ ਸ਼ਬਦ ਸਿੱਖ ਨੇ ਜਿਹੜੇ ਉਹਨਾਂ ਨੂੰ ਸਫਲਤਾ ਮਿਲੀ। ਇਹਦੀ ਅਸਫਲਤਾ ਦੇ ਕੀ ਕਾਰਨ ਸੀਗੇ? ਉਹਨਾਂ ਦੇ ਵਿੱਚ ਸੀਗਾ ਬੁੱਢਾ ਦਲ ਤੇ ਤਰੁਣਾ ਦਲ ਦਾ ਗਠਨ, ਹੈ ਨਾ। ਜਿਹੜਾ ਆਪਾਂ ਕਹਿੰਦੇ ਹਾਂ ਬੁੱਢਾ ਦਲ ਤੇ ਤਰੁਣਾ ਦਲ ਦਾ ਜਿਹੜਾ ਗਠਨ ਹੈ ਉਹ ਜਦੋਂ ਹੁੰਦਾ ਹੈ ਨਾ, ਤੇ ਉਦੋਂ ਬਾਅਦ ਦਲ ਖਾਲਸਾ ਦਾ ਜਿਹੜਾ ਗਠਨ ਹੈ ਉਹ ਹੋ ਜਾਂਦਾ ਹੈ। ਦਲ ਖਾਲਸਾ ਦੇ ਗਠਨ ਦੇ ਨਾਲ ਜਿਹੜੇ ਸਿੱਖ ਨੇ ਉਹਨਾਂ ਨੂੰ ਇੱਕ ਧਰਾਤਲ ਮਿਲ ਜਾਂਦਾ, ਇੱਕ ਸੰਗਠਨ ਮਿਲ ਜਾਂਦਾ ਹੈ, ਤੇ ਉਹਦੇ ਵਿੱਚ ਆ ਕੇ ਉਹ ਇਕੱਠੇ ਹੁੰਦੇ ਨੇ। ਛੋਟੇ ਛੋਟੇ ਜਿਹੜੇ ਜਥੇ ਨੇ ਉਹ ਇੱਕ ਜਥੇ ਦੇ ਰੂਪ ਦੇ ਵਿੱਚ ਸਾਹਮਣੇ ਆਉਂਦੇ ਨੇ, ਕਿਉਂਕਿ ਉਹਨਾਂ ਕੋਲ ਕੇਂਦਰੀ ਸ਼ਕਤੀ ਹੈ ਦਲ ਖਾਲਸਾ। ਦਲ ਖਾਲਸਾ ਦੇ ਵਿੱਚ ਜਿਹੜਾ ਇਹਦਾ ਪ੍ਰਧਾਨ ਹੈ ਉਹ ਕਪੂਰ ਸਿੰਘ ਨੂੰ ਲਾਇਆ ਜਾਂਦਾ, ਜੱਸਾ ਸਿੰਘ ਆਹਲੂਵਾਲੀਆ ਨੂੰ ਉਹਦਾ ਹੈੱਡ ਲਾਇਆ ਜਾਂਦਾ ਹੈ। ਹਾਂਜੀ ਮਨੀਸ਼ ਜੀ। ਹਾਂਜੀ, ਦਲ ਖਾਲਸਾ ਤੋਂ ਬਾਅਦ ਹੈ ਅੱਗੇ ਆਉਂਦਾ ਆਪਣਾ ਸਿੱਖਾਂ ਦੇ ਅਸਧਾਰਨ ਗੁਣ। ਸਿੱਖਾਂ ਦੇ ਵਿੱਚ ਬੜੇ ਵੱਡੇ ਗੁਣ ਉਹਨਾਂ ਦੇ ਬਹਾਦਰੀ, ਨਿਡਰਤਾ, ਬੇਖੌਫ ਹੋ ਕੇ ਤੁਰਨਾ, ਤਾਂ ਇਹ ਉਹਨਾਂ ਦੇ ਗੁਣ ਸੀਗੇ ਜਿਹਦੇ ਕਰਕੇ ਸਿੱਖਾਂ ਦੇ ਇਹ ਗੁਣਾਂ ਕਰਕੇ ਉਹ ਕਦੇ ਮੀਰ ਮੰਨੂ ਤੋਂ ਹਾਰੇ ਨਹੀਂ ਸੀ। ਭਾਵੇਂ ਉਹਨਾਂ ਦੇ ਬੱਚਿਆਂ ਦੇ ਟੋਟੇ ਕੀਤੇ ਗਏ, ਭਾਵੇਂ ਉਹਨਾਂ ਦੇ ਪਰਿਵਾਰਾਂ ਨੂੰ, ਉਹਨਾਂ ਦੇ ਇਸਤਰੀਆਂ ਨੂੰ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਗਏ, ਪਰ ਫਿਰ ਵੀ ਸਿੱਖ ਨੇ ਜਿਹੜੇ ਉਹ ਅਡੋਲ ਰਹੇ, ਉਹ ਮੀਰ ਮੰਨੂ ਨਾਲ ਲੜਦੇ ਰਹੇ। ਇਸੇ ਕਰਕੇ ਇਹ ਕਹਾਵਤ ਹੈ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਮੰਨੂ ਵੱਢਦਾ ਅਸੀਂ ਦੂਣ ਸੁਆਣੇ ਹੋਏ। ਤਾਂ ਹਮੇਸ਼ਾ ਸਿੱਖ ਨੇ ਜਿਹੜੇ ਉਹ ਚੜ੍ਹਦੀ ਕਲਾ 'ਚ ਰਹੇ ਨੇ, ਤੇ ਉਹਨਾਂ ਦੀ ਗਿਣਤੀ ਹੈ ਜਿਹੜੀ ਉਹ, ਚਾਹੇ ਉਹਨਾਂ ਤੇ ਕਿੰਨੇ ਅਤਿਆਚਾਰ ਹੁੰਦੇ ਰਹੇ, ਉਹ ਉਹਨਾਂ ਦੀ ਗਿਣਤੀ ਲਗਾਤਾਰ ਵੱਧਦੀ ਰਹੀ ਹੈ। ਬਿਲਕੁਲ ਸਰ, ਜਿਹੜੇ ਸਿੱਖ ਨੇ ਉਹ ਗੁਰੂ ਨਾਨਕ ਦੇ ਸਿਧਾਂਤ ਤੇ ਚੱਲਦੇ ਰਹੇ। ਨਾਮ ਜਪੋ, ਵੰਡ ਕੇ ਛਕੋ, ਕਿਰਤ ਕਰੋ। ਜਿਹੜੇ ਕਿਰਤੀ ਸਿੱਖ ਸੀਗੇ, ਜਿੱਦਾਂ ਆਪਾਂ ਕਹਿੰਦੇ ਹਾਂ ਪਿੰਡਾਂ ਦੇ ਵਿੱਚ ਰਹਿੰਦੇ ਸਹਿਜਧਾਰੀ ਸਿੱਖ ਸੀਗੇ, ਉਹ ਹੱਕ ਸੱਚ ਦੀ ਕਿਰਤ ਕਰਦੇ ਸੀਗੇ, ਉਹ ਵੰਡ ਕੇ ਛਕਣ ਦੇ ਸਿਧਾਂਤ ਦੇ ਵਿੱਚ ਜਿਹੜਾ ਵਿਸ਼ਵਾਸ ਰੱਖਦੇ ਸੀਗੇ। ਜਿਹੜੇ ਸਿੱਖ ਜੰਗਲਾਂ ਦੇ ਵਿੱਚ ਸੀਗੇ, ਜੇ ਉਹਨਾਂ ਕੋਲ ਜਿੰਨਾ ਵੀ ਕੁਝ ਹੁੰਦਾ ਉਹ ਵੰਡ ਕੇ ਛਕਦੇ ਸੀਗੇ। ਇਹ ਦੂਸਰਾ ਸਿੱਖ ਸੀਗੇ ਜਿਹੜੇ ਉਹ ਆਪਣੇ ਕੌਮੀ ਜਜ਼ਬੇ ਦੇ ਨਾਲ ਲੜਦੇ ਸੀਗੇ। ਜਿਹੜੇ ਮੁਗਲ ਸਿਪਾਹੀ ਸੀ ਉਹ ਤਨਖਾਹ ਦੇ ਪਿੱਛੇ ਲੜਦੇ ਸੀਗੇ। ਜਿਹੜਾ ਤਨਖਾਹ ਵਾਸਤੇ ਲੜ ਰਿਹਾ ਹੈ ਉਹ ਹਰ ਇੱਕ ਸਾਈਡ ਨੂੰ ਆਪਦੀ ਨੂੰ ਸੇਫ ਰੱਖ ਕੇ ਲੜਦਾ ਹੈ, ਪਰ ਜਿਹੜਾ ਧਰਮ ਲਈ ਲੜ ਰਿਹਾ ਹੈ ਉਹ ਆਪਦੀ ਸੇਫਟੀ ਬਾਰੇ ਕੁਝ ਨਹੀਂ ਸੋਚਦਾ, ਉਹ ਸਿਰਫ ਆਪਦੇ ਧਰਮ ਦੀ ਸੇਫਟੀ ਬਾਰੇ ਸੋਚਦਾ ਹੈ। ਸਿੱਖਾਂ ਦੀ ਜਿੱਤ ਦਾ ਕਾਰਨ ਸਭ ਤੋਂ ਵੱਡਾ ਇਹੀ ਹੈ ਕਿ ਸਿੱਖ ਧਰਮ ਲਈ ਲੜ ਰਹੇ ਸੀਗੇ। ਅਗਲਾ ਜਿਹੜੀ ਸਿੱਖਾਂ ਦੀ ਗੁਰੀਲਾ ਯੁੱਧ ਪ੍ਰਣਾਲੀ, ਦੱਸੋ ਸਰ। ਹਾਂਜੀ, ਸਿੱਖਾਂ ਦੀ ਗੁਰੀਲਾ ਯੁੱਧ ਪ੍ਰਣਾਲੀ ਤੋਂ ਕੀ ਭਾਵ ਹੈ? ਪਿਆਰੇ ਵਿਦਿਆਰਥੀਓ, ਕਈ ਵਾਰ ਇਹ ਵੀ ਕੁਐਸਚਨ ਆ ਜਾਂਦਾ ਕਿ ਗੁਰੀਲਾ ਯੁੱਧ ਪ੍ਰਣਾਲੀ ਹੁੰਦੀ ਕੀ ਹੈ। ਜਦੋਂ ਸਿੱਖਾਂ ਦੀ ਗਿਣਤੀ ਘੱਟ ਸੀ ਤੇ ਮੁਗਲ ਫੌਜ ਬਹੁਤ ਜ਼ਿਆਦਾ ਸੀ, ਤਾਂ ਉਸ ਸਮੇਂ ਸਿੱਖਾਂ ਨੇ ਜੰਗਲਾਂ ਦੇ ਵਿੱਚ ਜਾ ਕੇ ਸ਼ਰਨ ਲਈ ਸੀ।
ਤੇ ਉਹ ਉੱਥੋਂ ਜੰਗਲਾਂ ਦੇ ਵਿੱਚੋਂ ਹੀ ਅਚਾਨਕ ਜਿਹੜਾ ਹੈ ਉਹ ਮੁਗਲ ਫੌਜ ਉੱਤੇ ਹਮਲਾ ਕਰਦੇ ਸੀ ਤੇ ਉਹਨਾਂ ਦਾ ਕਾਫੀ ਸਾਰਾ ਨੁਕਸਾਨ ਕਰਕੇ ਉਹ ਦੁਬਾਰਾ ਫਿਰ ਜੰਗਲਾਂ ਦੇ ਵਿੱਚ ਚਲੇ ਜਾਂਦੇ ਸੀ। ਤਾਂ ਇਸ ਦਾ ਫਾਇਦਾ ਕੀ ਹੋਇਆ ਕਿ ਸਿੱਖ ਨੇ ਜਿਹੜੇ ਉਹ ਮੁਗਲਾਂ ਨੂੰ ਬੁਰੀ ਤਰ੍ਹਾਂ ਖਤਮ ਕਰਨ ਦੇ ਵਿੱਚ ਕਾਮਯਾਬ ਹੋਏ, ਕਿਉਂਕਿ ਉਹ ਹਵਾ ਦੇ ਬਰੋਲੇ ਵਾਂਗੂ ਕਹਿੰਦੇ ਆਉਂਦੇ ਸੀ ਤੇ ਉਹਨਾਂ ਦਾ ਨੁਕਸਾਨ ਕਰਕੇ ਚਲੇ ਜਾਂਦੇ ਸੀ। ਜੀ ਸਰ, ਜਿਵੇਂ ਗੁਰੀਲਾ ਯੁੱਧ ਪ੍ਰਣਾਲੀ ਪਿਆਰੇ ਵਿਦਿਆਰਥੀਓ, ਜਿਸ ਤਰ੍ਹਾਂ ਆਪਾਂ ਕਹਿੰਦੇ ਘਾਤ ਲਾ ਕੇ ਹਮਲਾ ਕਰਨਾ, ਕਿਉਂਕਿ ਜਦੋਂ ਤੁਹਾਡੀ ਗਿਣਤੀ ਘੱਟ ਹੈ, ਤੁਸੀਂ ਕਿਸੇ ਵੱਡੀ ਸੈਨਾ ਦਾ ਟਾਕਰਾ ਕਰ ਰਹੇ ਹੋ, ਜੇ ਸਾਹਮਣੇ ਦਾ ਯੁੱਧ ਲੜੋਗੇ ਤਾਂ ਤੁਸੀਂ ਹਾਰ ਜਾਓਗੇ, ਹੈ ਨਾ। ਸਿੱਖ ਕੀ ਸੀ, ਘਾਤ ਲਾ ਕੇ ਲੁੱਕ ਕੇ ਹਮਲਾ, ਇੱਕਦਮ ਅਚਾਨਕ ਟੁੱਟ ਪੈਣਾ ਔਰ ਜਿਹੜਾ ਹਮਲਾ ਕਰਕੇ ਇੱਕਦਮ ਅਲੋਪ ਹੋ ਜਾਣਾ, ਇਹ ਗੁਰੀਲਾ ਯੁੱਧ ਪ੍ਰਣਾਲੀ ਸੀ। ਸਿੱਖਾਂ ਦੀ ਜਿਹੜੀ ਯੁੱਧ ਕਲਾ ਹੈ ਉਹਦਾ ਇੱਕ ਅਭਿੰਨ ਅੰਗ ਸੀਗਾ। ਇਹ ਕਦੋਂ ਹੋਂਦ 'ਚ ਆਇਆ? ਜਦੋਂ ਸਿੱਖ ਸੀਗੇ ਜਿਹੜੇ ਜੰਗਲਾਂ ਦੇ ਵਿੱਚ ਰਹਿ ਰਹੇ ਸੀਗੇ। ਪੰਜਾਬ ਦੇ ਕਿਸਾਨਾਂ ਦਾ ਜਿਹੜਾ ਹਮੇਸ਼ਾ ਹੀ ਸਿੱਖਾਂ ਨਾਲ ਸਹਿਯੋਗ ਰਿਹਾ, ਉਹ ਕਿਸਾਨ ਚਾਹੇ ਕਿਸੇ ਵੀ ਧਰਮ ਦਾ ਸੀ, ਕਿਸੇ ਵੀ ਕਾਸਟ ਦਾ ਸੀਗਾ, ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਰਸਦ ਪਾਣੀ ਜਿਹੜਾ ਖੇਤੀਬਾੜੀ ਕਰਦੇ ਸੀਗੇ, ਜਾਂ ਸਿੱਖਾਂ ਨੂੰ ਪਨਾਹ ਦੇਣੀ, ਜਾਂ ਸਿੱਖਾਂ ਨੂੰ ਰਸਦ ਪਹੁੰਚਾਉਣਾ, ਜਾਂ ਪਿੱਛੋਂ ਉਹਨਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ ਕਰਨੀ, ਜਿਹੜਾ ਕਿਸਾਨੀ ਪਰਿਵਾਰ ਸੀਗੇ ਉਹ ਇਹ ਕਰਦੇ ਰਹੇ ਨੇ। ਕਿਸਾਨਾਂ ਦਾ ਸਹਿਯੋਗ ਆ ਜਿਹੜਾ ਸਿੱਖਾਂ ਦੀ ਸਫਲਤਾ ਦੇ ਲਈ ਜਾਂ ਮੁਗਲਾਂ ਦੀ ਅਸਫਲਤਾ ਦੇ ਲਈ ਕਾਰਨ ਸੀ। ਅਗਲਾ ਸੀਗਾ ਜਿਹੜਾ ਸਿੱਖਾਂ ਦੇ ਕੋਲ ਯੋਗ ਨੇਤਾ ਸੀਗੇ ਉਸ ਸਮੇਂ, ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਸਰਦਾਰ ਕਪੂਰ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਚੜ੍ਹਤ ਸਿੰਘ, ਸਰਦਾਰ ਬਘੇਲ ਸਿੰਘ, ਹੈ ਨਾ, ਨਵਾਬ ਕਪੂਰ ਸਿੰਘ, ਇਹ ਜਿਹੜੇ ਸੀਗੇ ਇਹ ਯੋਗ ਨੇਤਾ ਸੀਗੇ। ਇਹਨਾਂ ਨੇ ਆਪਦੇ ਨਿੱਜੀ ਹਿੱਤਾਂ ਨੂੰ ਪਿਛਾਂਹ ਛੱਡ ਕੇ, ਹੈ ਨਾ, ਆਪਣੇ ਕੌਮੀ ਹਿੱਤ ਨੂੰ ਅੱਗੇ ਰੱਖਿਆ ਔਰ ਇੰਨੇ ਬਹਾਦਰ ਤੇ ਦਲੇਰ ਸੀਗੇ। ਇਤਿਹਾਸਿਕ ਪਰੰਪਰਾ ਅਨੁਸਾਰ ਜਿਹੜਾ ਚੜ੍ਹਤ ਸਿੰਘ ਸ਼ੁਕਰ ਚੱਕੀਆ ਸੀ, ਰਣਜੀਤ ਸਿੰਘ ਦਾ ਦਾਦਾ, ਅਹਿਮਦ ਸ਼ਾਹ ਅਬਦਾਲੀ ਕਹਿੰਦੇ ਨੇ ਕਿ ਉਹਦੇ ਨਾਂ ਤੋਂ ਡਰ ਜਾਂਦਾ ਸੀਗਾ ਵੀ ਜਦੋਂ ਵੀ ਅਬਦਾਲੀ ਆਇਆ ਚੜ੍ਹਤ ਸਿੰਘ ਸ਼ੁਕਰ ਚੱਕੀਆ ਉਹਨੂੰ ਬਾਰ-ਬਾਰ ਘੇਰਦਾ ਰਿਹਾ। ਠੀਕ ਹੈ ਨਾ। ਸਿੱਖਾਂ ਕੋਲ ਯੋਗ ਨੇਤਾ ਹੋਣਾ ਉਸ ਸਮੇਂ ਸਿੱਖਾਂ ਦੀ ਸਫਲਤਾ ਦਾ ਕਾਰਨ ਸੀਗਾ। ਅਗਲੀ ਹੈ ਅਦੀਨਾ ਵੇਗ ਦੀ ਦੋਗਲੀ ਨੀਤੀ। ਅਦੀਨਾ ਵੇਗ ਵੀ ਪੰਜਾਬ ਦਾ ਗਵਰਨਰ ਬਣਨ ਦੇ ਸੁਪਨੇ ਲੈ ਰਿਹਾ ਸੀਗਾ, ਕਿਉਂਕਿ ਉਹਨੂੰ ਪਤਾ ਸੀਗਾ ਸਿੱਖ ਇੱਕ ਪਾਵਰ ਨੇ, ਸ਼ਕਤੀ ਬਣ ਚੁੱਕੇ ਨੇ, ਸਿੱਖਾਂ ਦੇ ਸਹਿਯੋਗ ਬਿਨਾਂ ਪੰਜਾਬ ਦਾ ਗਵਰਨਰ ਮੈਂ ਨਹੀਂ ਬਣ ਸਕਦਾ। ਉਹ ਮੀਰ ਮੰਨੂ ਦੇ ਨਾਲ ਵੀ ਸਾਂਝ ਰੱਖਦਾ ਸੀਗਾ, ਸਿੱਖਾਂ ਦੇ ਨਾਲ ਸਾਂਝ ਵੀ ਰੱਖਦਾ ਸੀਗਾ। ਇਹੀ ਉਹਦੀ ਦੋਗਲੀ ਨੀਤੀ ਕਾਰਨ ਉਹ ਸਿੱਖਾਂ ਨੂੰ ਹਰਾਉਣ ਤੋਂ ਅਸਮਰਥ ਰਹੇ। ਅੱਗੇ ਹੋਰ ਕਾਰਨ, ਹਾਂਜੀ ਸਰ ਦੱਸੋ। ਹਾਂਜੀ, ਹੋਰ ਕਾਰਨਾਂ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ। ਤਾਂ ਅਹਿਮਦ ਸ਼ਾਹ ਅਬਦਾਲੀ ਬਾਰ-ਬਾਰ ਪੰਜਾਬ ਦੇ ਉੱਪਰ, ਭਾਰਤ ਦੇ ਉੱਪਰ ਹਮਲੇ ਕਰਦਾ ਰਿਹਾ। ਉਹਨੇ 8 ਹਮਲੇ ਨੇ ਜਿਹੜੇ ਕੀਤੇ। ਤਾਂ ਉਹਦੇ ਹਮਲਿਆਂ ਦੇ ਕਾਰਨ ਸਿੱਖ ਨੇ ਜਿਹੜੇ ਉਹਨਾਂ ਨੂੰ ਆਪਣੇ ਮਜ਼ਬੂਤ ਹੋਣ ਦਾ ਸਮਾਂ ਮਿਲਦਾ ਰਿਹਾ। ਮੀਰ ਮੰਨੂ ਬਾਰੇ ਆਪਾਂ ਗੱਲ ਕੀਤੀ ਸੀ ਕਿ ਜਦੋਂ ਮੀਰ ਮੰਨੂ ਰਾਮ ਰੌਣੀ ਦੇ ਕਿਲੇ ਤੇ ਹਮਲਾ ਕਰ ਰਿਹਾ ਸੀ ਤਾਂ ਉਸ ਸਮੇਂ ਅਬਦਾਲੀ ਦਾ ਹਮਲਾ ਹੋਇਆ ਸੀ ਤੇ ਉਹਨੂੰ ਉਹ ਵਿੱਚੋਂ ਆਪਣਾ ਰਾਮ ਰੌਣੀ ਦੇ ਕਿਲੇ ਦਾ ਹਮਲਾ ਚੱਕਣਾ ਪਿਆ ਸੀ। ਹਾਂ ਸਰ, ਜਿਹੜਾ ਵਜ਼ੀਰ ਹੈ ਜਿਵੇਂ ਦਿੱਲੀ ਦੇ, ਉਹ ਤੁਸੀਂ ਪਹਿਲਾਂ ਹੀ ਦੱਸ ਚੁੱਕੇ ਹੋ ਕਿ ਦਿੱਲੀ ਦੇ ਵਿੱਚ ਉਹ ਦੌਰਾਨੀ ਧੜੇ ਨੂੰ ਖਤਮ ਕਰਨਾ ਚਾਹੁੰਦੇ ਸੀ, ਉਹਨਾਂ ਨੇ ਕੋਈ ਸਹਿਯੋਗ ਨਹੀਂ ਦਿੱਤਾ। ਜਿਹੜੇ ਮੁਗਲ ਸੂਬੇਦਾਰ ਨੇ ਉਹਨਾਂ ਦੀ ਜਿਹੜੀ ਨੀਤੀ ਹੈ ਉਹ ਵੀ ਕੋਈ ਵਧੀਆ ਨਹੀਂ ਸੀਗੀ। ਉਹ ਸਮੇਂ ਤੇ ਸਾਧਨਾਂ ਦਾ ਸਹੀ ਉਪਯੋਗ ਨਹੀਂ ਕਰ ਸਕੇ, ਉਹ ਹਾਲਾਤਾਂ ਦੇ ਅਨੁਸਾਰ ਨਹੀਂ ਚੱਲੇ। ਇਸ ਕਰਕੇ ਕਿਉਂਕਿ ਜਿਹੜੇ ਸਿੱਖ ਸੀਗੇ, ਸਿੱਖਾਂ ਦੀਆਂ ਭਾਵਨਾਵਾਂ ਨੂੰ ਜਾਂ ਸਿੱਖਾਂ ਦੀ ਨੀਤੀ ਨੂੰ ਉਹ ਸਮਝਣ ਤੋਂ ਅਸਮਰਥ ਰਹੇ। ਅਗਲਾ ਸਿੱਖ ਜਿਹੜੇ ਮੁਗਲਾਂ ਦੇ ਆਪਸੀ ਝਗੜੇ ਸੀਗੇ, ਚਾਹੇ ਉਹ ਦਿੱਲੀ ਦਰਬਾਰ ਦੇ ਹੋਣ, ਚਾਹੇ ਉਹ ਲਾਹੌਰ ਦੇ ਵਿੱਚ ਹੋਣ, ਉਹ ਵੀ ਮੁਗਲਾਂ ਦੀ ਹਾਰ ਦਾ ਕਾਰਨ ਜਾਂ ਅਸਫਲਤਾ ਦਾ ਕਾਰਨ ਬਣੇ। ਜੇ ਆਪਾਂ ਕਹਿੰਦੇ ਨੇ ਮੀਰ ਮੰਨੂ ਦੀ ਜਾਂ ਜ਼ਕਰੀਆ ਖਾਂ ਜਾਂ ਯਹੀਆ ਖਾਂ, ਜਿਹਦੇ ਵੀ ਸੀਗੇ ਅਸਫਲਤਾ ਦੇ ਕਾਰਨ ਬਣੇ। ਪਿਆਰੇ ਵਿਦਿਆਰਥੀਓ, ਇੱਥੇ ਅਸਫਲਤਾ ਦੇ ਕਾਰਨ ਚਾਹੇ ਮੀਰ ਮੰਨੂ ਦੇ ਪੁੱਛੇ ਜਾਣ, ਚਾਹੇ ਅਦੀਨਾ ਵੇਗ ਦੇ, ਚਾਹੇ ਯਹੀਆ ਖਾਂ, ਚਾਹੇ ਜ਼ਕਰੀਆ ਖਾਂ, ਕਿਸੇ ਦੇ ਵੀ ਪੁੱਛੇ ਜਾਣ, ਤਕਰੀਬਨ ਇਹ ਸਾਰੇ ਇੱਕੋ ਸੀਗੇ, ਇੱਕੋ ਮਿਲਦੇ ਸੀਗੇ, ਕਿਉਂਕਿ ਸਿੱਖ ਵੀ ਉਹੀ ਸੀਗੇ ਔਰ ਮੁਗਲ ਵੀ ਉਹੀ ਨੀਤੀਆਂ, ਸਿਰਫ ਬੰਦਿਆਂ ਦਾ ਫਰਕ ਪੈਂਦਾ ਹੈ। ਹਾਂਜੀ ਅਮਨੀਤ ਸਰ। ਹਾਂਜੀ, ਇਹ ਜਿਹੜੇ ਆਪਾਂ ਇਹਨਾਂ ਦੀ ਹਾਰ ਦੇ ਕਾਰਨ ਸੀ, ਇਸ ਦੇ ਨਾਲ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਇਹ ਸਿੱਖਾਂ ਦੀ ਜਿੱਤ ਦੇ ਕਾਰਨ ਵੀ ਸੀਗੇ। ਇਸ ਸਮੇਂ ਦੌਰਾਨ ਸਿੱਖਾਂ ਨੇ ਜਿਹੜੀ ਬਹਾਦਰੀ ਦਿਖਾਈ, ਜਿੰਨੀ ਬਹਾਦਰੀ ਨਾਲ ਲੜੇ, ਤਾਂ ਉਹਨਾਂ ਨੇ ਹਮੇਸ਼ਾ ਇਸ ਸਮੇਂ ਜਿੱਤ ਪ੍ਰਾਪਤ ਕੀਤੀ। ਚਾਹੇ ਸਿੱਖਾਂ ਦੇ ਉੱਪਰ ਅਜਿਹਾ ਦੌਰ ਸੀ ਕਿ ਸਿੱਖਾਂ ਨੂੰ ਬੜੀਆਂ ਵੱਡੀਆਂ ਕੁਰਬਾਨੀਆਂ ਦੇਣੀਆਂ ਪਈਆਂ, ਪਰ ਉਹ ਫਿਰ ਵੀ ਕਦੇ
ਡੋਲੇ ਨਹੀਂ ਸੀ, ਉਹ ਹਮੇਸ਼ਾ ਨੇ ਜਿਹੜੇ ਆਪਣੇ ਆਪ ਤੇ ਕਾਮਯਾਬ। ਹਾਂਜੀ ਪਿਆਰੇ ਵਿਦਿਆਰਥੀਓ, ਇਹ ਸੀਗਾ ਅੱਜ ਦਾ ਪਾਠ। ਅਧਿਆਪਕ ਸਾਥੀਆਂ ਨੂੰ ਮਤਲਬ ਕਿ ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਆ, ਇਹ ਜਿਹੜੇ ਇਹਦੇ ਕਾਰਨ ਨੇ, ਇਹਨਾਂ ਕਾਰਨਾਂ ਦੇ ਉੱਤੇ ਕਲਾਸ ਦੇ ਵਿੱਚ ਡਿਸਕਸ ਕਰਵਾਈ ਜਾਵੇ, ਜਾਂ ਆਪਾਂ ਕਹਿ ਦਿੰਦੇ ਆ ਡਿਸਕਸ ਕੀਤਾ ਜਾਵੇ। ਇਹਨਾਂ ਨੂੰ ਇੱਕ ਇੱਕ ਵਿਦਿਆਰਥੀ ਤੋਂ ਇੱਕ ਇੱਕ ਕਾਰਨ ਹੈ ਜਿਹੜਾ ਬੁਲਾ ਕੇ ਉਹਦੇ ਬਾਰੇ ਸਮਝਾਇਆ ਜਾਵੇ। ਜਿਹੜੇ ਇਸ ਸਮੇਂ ਦੇ ਨੇਤਾ ਨੇ, ਉਹਨਾਂ ਦੇ ਜਿਹੜੇ ਚਾਰਟ ਬਣਾ ਕੇ ਕਲਾਸ ਦੇ ਵਿੱਚ ਲਾ ਸਕਦੇ ਹੋ, ਉਹਨਾਂ ਬਾਰੇ ਦੱਸ ਸਕਦੇ ਹੋ। ਖਾਸ ਤੌਰ ਤੇ ਪਹਿਲੀ ਪੀੜ੍ਹੀ ਦੇ ਨੇਤਾ ਜਿਹੜੇ ਰਣਜੀਤ ਸਿੰਘ ਤੋਂ ਪਹਿਲਾਂ ਹੋਏ ਨੇ, ਉਹਨਾਂ ਬਾਰੇ, ਜਿਹੜਾ ਭਾਈ ਸਹਿਬਾਜ਼ ਸਿੰਘ, ਭਾਈ ਸੁਬੇਗ ਸਿੰਘ ਬਾਰੇ ਅਧਿਆਪਕ ਇੱਕ ਕਹਾਣੀ ਵਿਧੀ ਦੇ ਨਾਲ, ਜਾਂ ਆਪਾਂ ਕਹਿ ਦਿੰਦੇ ਆ ਕੌੜਾ ਮੱਲ ਜੀ ਬਾਰੇ, ਜਾਂ ਛੋਟਾ ਘੱਲੂਘਾਰਾ, ਇੱਕ ਕਹਾਣੀ ਵਿਧੀ ਦੇ ਨਾਲ ਇਸ ਨੂੰ ਕਲਾਸ ਦੇ ਵਿੱਚ ਜਦੋਂ ਦੱਸੂਗਾ, ਵਿਦਿਆਰਥੀਆਂ ਨੂੰ ਜ਼ਰੂਰ ਇਸ ਦਾ ਲਾਭ ਮਿਲੇਗਾ। ਇਸ ਤੋਂ ਬਾਅਦ ਜਿਹੜਾ ਘਰ ਦਾ ਕੰਮ ਹੈ, ਉਹ ਇਹਨਾਂ ਦੇ ਜਿਹੜੇ ਨਾਮ ਨੇ, ਕਿਉਂਕਿ ਇਹਨਾਂ ਦੀਆਂ ਤਰੀਕਾਂ ਨੇ, ਉੱਥੇ ਜਾ ਕੇ ਵਿਦਿਆਰਥੀ ਉਲਝਦਾ, ਉਹ ਵਿਸ਼ੇਸ਼ ਤੌਰ ਤੇ ਯਾਦ ਕਰਵਾਈਆਂ ਜਾਣ। ਵੱਡਾ ਘੱਲੂਘਾਰਾ ਕਦੋਂ ਹੋਇਆ, ਕਿੱਥੇ ਹੋਇਆ, ਅਤੇ ਛੋਟਾ ਘੱਲੂਘਾਰਾ ਕਦੋਂ ਤੇ ਕਿੱਥੇ ਹੋਇਆ, ਉਹਦੇ ਲਈ ਜ਼ਿੰਮੇਵਾਰ ਕੌਣ ਸੀ। ਜੀਵਨੀ ਸਰ। ਹਾਂਜੀ, ਤਾਂ ਇਸ ਦੇ ਨਾਲ ਹੀ ਸਾਡਾ ਅੱਜ ਦਾ ਇਹ ਲੈਕਚਰ ਹੈ ਜਿਹੜਾ ਉਹ ਸਮਾਪਤ ਹੁੰਦਾ ਹੈ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਣਾ, ਤੇ ਇਸ ਦੇ ਨਾਲ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ।